हे तरी रामदास गुरु जग तारन को गुर जोत अर्जुन माहे तरी सुको टल गुर सेविय अनस सहज सुभाए दर्शन परसिय गुरु कै जन्म मरण दुख जाए होवै सिफत खसमधि नूर अरसों कुरसों चटिया तुद डिठे सच्चे पातशाह माल जन्म जन्म दी कटिया डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। श्लोक महला तीजा। भै विच सब आकार है निरभौ हर जियो सोए सतगुर सेव्या हर मन वसै तिथे भौ ना कदे न होए दुश्मन दुख तिसनो नेड़ न आवा भो न सकै कोई गुरमुख मन विचारिया जो तिस भावे सो होए नानक आपे ही पत रखसी कारज सवारे सोए भै विच सब आकार है निरभौ हर जियो सोए। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਆਪ ਸੰਗਤਾਂ ਨੇ ਸਰਵਣ ਕੀਤੀਆਂ। ਇਸ ਵੇਲੇ ਸਤਿਗੁਰਾਂ ਦੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸ਼ਬਦ ਆਪਾਂ ਇੱਕ ਇੱਕ ਕਰਕੇ ਸਰਵਣ ਕਰਦੇ ਆ ਰਹੇ ਹਾਂ। ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤਿੰਨਾਂ ਸਤਿਗੁਰਾਂ ਦੀ ਗੁਰਬਾਣੀ ਇਹ ਜੋ ਵਡਹੰਸ ਦੀ ਵਾਰ ਹੈ ਜੋ ਕੱਲ੍ਹ ਦੇ ਦੀਵਾਨ ਤੋਂ ਆਪਾਂ ਪ੍ਰਾਰੰਭ ਕੀਤੀ ਸੀ। ਇੱਕ ਸ਼ਲੋਕ ਆਪਾਂ ਇਸ ਗੁਰਬਾਣੀ ਦਾ ਪਿੱਛੇ ਸਰਵਣ ਕਰ ਲਿਆ ਹੈ। ਅੱਜ ਦੂਜਾ ਸ਼ਲੋਕ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ ਭਾਵਨਾ ਨਾਲ ਸਰਵਣ ਕਰੀਏ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। सतनाम श्री वाहिगुरु साहिब जीओ। श्लोक महला तीजा। भै विच सब आकार है निरभौ हर जियो सोए। ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਇਹ ਸ਼ਬਦ ਬਖਸ਼ਿਸ਼ ਕਰਦੇ ਨੇ। ਸ਼ਲੋਕ ਹੈ 586 ਅੰਗ ਦੇ ਉੱਪਰ ਪਹਿਲੀ ਪੰਕਤੀ ਵਿੱਚ ਇਹ ਸ਼ਲੋਕ ਮਹਾਰਾਜ ਜੀਆਂ ਨੇ ਸਾਨੂੰ ਬਖਸ਼ਿਆ ਹੈ। ਮਹਾਰਾਜ ਸਾਹਿਬ ਜੀ ਫਰਮਾ ਰਹੇ ਨੇ ਭੈ ਵਿੱਚ ਸਭ ਆਕਾਰ ਹੈ। ਇਹ ਜਿੰਨੇ ਸਰੀਰਾਂ ਦੇ ਆਕਾਰ ਨੇ ਦਰਿਆਵਾਂ ਦੇ ਆਕਾਰ ਨੇ ਧਰਤੀ ਦਾ ਆਕਾਰ ਹੈ ਸੂਰਜ ਦਾ ਆਕਾਰ ਹੈ ਚੰਦਰਮਾ ਦਾ ਆਕਾਰ ਹੈ। ਇਹ ਜਿੰਨੀਆਂ ਵੀ ਵਸਤੂਆਂ ਸਾਨੂੰ ਆਪਣੀਆਂ ਅੱਖਾਂ ਨਾਲ ਦਿਸਦੀਆਂ ਪਈਆਂ ਸਾਰੀਆਂ ਆਕਾਰ ਦੇ ਵਿੱਚ ਨੇ। ਪਰ ਮਹਾਰਾਜ ਕਹਿਣ ਲੱਗੇ ਆਕਾਰ ਦੇ ਵਿੱਚ ਹੋਣ ਦੇ ਕਰਕੇ ਸਾਰੀਆਂ ਡਰ ਵਿੱਚ ਹੀ ਨੇ। ਡਰ ਸਾਰਿਆਂ ਨੂੰ ਹੀ ਹੈ। ਭੈ ਵਿੱਚ ਸਭ ਆਕਾਰ ਹੈ। ਜਿੰਨੇ ਆਕਾਰ ਨੇ ਸਰੀਰਾਂ ਦੀਆਂ ਬੰਤਰਾਂ ਬਣੀਆਂ ਨੇ ਬਨਾਵਟ ਬਣੀ ਹੈ। ਕੋਈ ਚੀਜ਼ ਸਾਨੂੰ ਅੱਖਾਂ ਨਾਲ ਦਿਸਦੀ ਪਈ ਹੈ ਦਿਸਣ ਵਾਲੀ ਵਸਤੂ ਦਾ ਇੱਕ ਆਕਾਰ ਬਣਿਆ ਹੈ। ਕਹਿਣ ਲੱਗੇ ਉਹ ਆਕਾਰ ਵਾਲੀ ਚੀਜ਼ ਭਾਈ ਭੈ ਵਿੱਚ ਹੈ ਡਰ ਵਿੱਚ ਹੈ।
ਸੰਸਾਰ ਦੀ ਗੱਲ ਲਾ ਲਈਏ, ਕਿਸੇ ਨੂੰ ਦੁੱਖ ਦਾ ਡਰ ਹੈ, ਕਿਸੇ ਨੂੰ ਮੌਤ ਦਾ ਡਰ ਹੈ, ਕਿਸੇ ਨੂੰ ਜਮਾਂ ਦਾ ਡਰ ਹੈ। ਪਾਤਸ਼ਾਹ ਕਹਿਣ ਲੱਗੇ ਇਹ ਸਾਰੀ ਦੁਨੀਆ ਸਗਲ ਸਮਗਰੀ ਮੋਹੇ ਵਿਆਪੀ, ਡਰਹਿ ਵਿਆਪੀ। ਇਹ ਜਿੰਨੀ ਸ੍ਰਿਸ਼ਟੀ ਹੈ ਡਰ ਦੇ ਵਿੱਚ ਹੈ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆ। ਇਹ ਜਿਹੜੀ ਪਵਨ ਹਵਾ ਚੱਲਦੀ ਪਈ ਹੈ ਨਾ, ਇਹ ਵੀ ਕਿਸੇ ਨਾ ਕਿਸੇ ਕਹਿਣੇ ਵਿੱਚ ਹੈ, ਹੁਕਮ ਦੇ ਵਿੱਚ ਹੈ, ਡਰ ਦੇ ਵਿੱਚ ਹੈ। ਉਹਦੇ ਡਰ ਤੋਂ ਬਾਹਰ ਹੀ ਕੁਝ ਨਹੀਂ ਕਰਦੀ ਹੈ। ਪਰਮਾਤਮਾ ਦਾ ਹੁਕਮ ਹੁੰਦਾ ਤਾਂ ਇਹ ਚੱਲਦੀ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰਾਂ ਦਾ ਸੇਵਾਦਾਰ ਹੈ। ਭਾਈ ਜੀਵਾ, ਜੀਵਾ ਹੈ ਸਿੱਖ ਦਾ ਨਾਮ। ਮਹਾਰਾਜ ਜੀਆਂ ਦੇ ਵਾਸਤੇ ਪ੍ਰਸ਼ਾਦਾ ਬਣਾਉਂਦਾ ਤੇ ਸਤਿਗੁਰੂ ਪਾਤਸ਼ਾਹ ਜੀ ਦਲੀਆ, ਖਿਚੜੀ ਇਤਿਆਦਿ ਇਹੋ ਜਿਹਾ ਹਲਕਾ ਜਿਹਾ ਭੋਜਨ ਛਕਦੇ। ਇੱਕ ਦਿਨ ਕੀ ਹੋਇਆ, ਭਾਈ ਜੀਵਾ ਜਦੋਂ ਅੱਗ ਬਾਲਣ ਲੱਗਾ ਭੋਜਨ ਬਣਾਉਣ ਵਾਸਤੇ, ਕਹਿਣ ਲੱਗੇ ਬੜੀ ਹਨੇਰੀ ਚੱਲੀ ਹੈ। ਹਨੇਰੀ ਐਸੀ ਚੱਲੀ ਕਿ ਮਿੱਟੀ ਘੱਟਾ ਅਸਮਾਨ ਨੂੰ ਚੜ੍ਹ ਗਿਆ। ਭਾਈ ਜੀਵਾ ਜੀ ਉਡੀਕਦੇ ਰਹੇ ਕਦੋਂ ਹਨੇਰੀ ਬੰਦ ਹੋਵੇ ਤੇ ਮੈਂ ਚੁੱਲ੍ਹਾ ਬਾਲ ਕੇ ਤੇ ਸਤਿਗੁਰਾਂ ਵਾਸਤੇ ਭੋਜਨ ਬਣਾਵਾਂ। ਮਹਾਰਾਜ ਦੇ ਭੋਜਨ ਛਕਣ ਦਾ ਟਾਈਮ ਹੋ ਗਿਆ। ਇੱਕ ਪਲ ਡੀਕਿਆ, ਇੱਕ ਪਹਿਰ ਡੀਕਿਆ। ਜਦੋਂ ਵੇਖਿਆ ਵੀ ਹੁਣ ਭੋਜਨ ਦਾ ਟਾਈਮ ਲੰਘ ਗਿਆ, ਮੈਂ ਤੇ ਲੇਟ ਹੋ ਗਿਆ। ਅੱਗ ਬਲਦੀ ਨਹੀਂ ਪਈ ਹੈ, ਹਨੇਰੀ ਬਹੁਤ ਚੱਲਦੀ ਪਈ ਹੈ, ਮਿੱਟੀ ਉੱਡਦੀ ਪਈ ਹੈ, ਕਿਵੇਂ ਭੋਜਨ ਬਣਾਵਾਂਗਾ। ਸਤਿਗੁਰਾਂ ਦੇ ਕੋਲ ਆ ਗਿਆ, ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਆਪ ਤੇ ਸਮਰੱਥ ਹੋ, ਆਪ ਤੇ ਮਾਲਕ ਹੋ, ਸ੍ਰਿਸ਼ਟੀ ਨੂੰ ਬਣਾਉਣ ਵਾਲੇ ਹੋ। ਇੱਕ ਬਚਨ ਕਰ ਦਿਓ ਜਿਹਦੇ ਨਾਲ ਇਹ ਹਵਾ ਰੁਕ ਜਾਵੇ, ਹਨੇਰੀ ਰੁਕ ਜਾਵੇ, ਮੈਂ ਤੁਹਾਡੇ ਵਾਸਤੇ ਭੋਜਨ ਬਣਾ ਲਵਾਂ। ਮਹਾਰਾਜ ਮੇਰੇ ਕੋਲੋਂ ਚੁੱਲ੍ਹੇ ਵਿੱਚ ਅੱਗ ਬਲਦੀ ਨਹੀਂ ਪਈ, ਹਨੇਰੀ ਦੇ ਨਾਲ ਅੱਗ ਬੁਝ ਜਾਂਦੀ ਹੈ, ਮਿੱਟੀ ਦੇ ਨਾਲ ਭੋਜਨ ਵਿੱਚੋਂ ਵੀ ਕਿਰਕ ਆਉਣ ਲੱਗ ਪਵੇਗੀ, ਰੇਤਾ ਪੈ ਜਾਵੇਗੀ, ਭੋਜਨ ਵੀ ਛਕਿਆ ਨਹੀਂ ਜਾਣਾ, ਨਾ ਤਿਆਰ ਕੀਤਾ ਜਾਣਾ। ਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਹਨੇਰੀ ਨੂੰ ਬੰਦ ਕਰ ਦਿਓ ਬਚਨ ਕਰਕੇ, ਮੈਂ ਭੋਜਨ ਬਣਾ ਲਵਾਂ, ਫਿਰ ਚੱਲ ਪਵੇ। ਸਤਿਗੁਰੂ ਪਾਤਸ਼ਾਹ ਨੇ ਸੁਨੇ ਬਚਨ ਭਾਈ ਜੀਵਾ ਦੇ, ਸਿੱਖ ਦੇ। ਸੁਣ ਕੇ ਮਹਾਰਾਜ ਕਹਿਣ ਲੱਗੇ ਭਾਈ ਜੀਵਿਆ, ਇਹ ਜਿਹੜੀ ਹਨੇਰੀ ਚੱਲਦੀ ਪਈ ਹੈ ਨਾ, ਕਿਸੇ ਹੁਕਮ ਦੇ ਵਿੱਚ ਹੈ, ਕਿਸੇ ਕਹਿਣੇ ਦੇ ਵਿੱਚ ਹੈ, ਕਿਸੇ ਨੇ ਕਿਹਾ ਤੇ ਤਾਂ ਚੱਲੀ ਹੈ। ਆਪਣੇ ਆਪ ਇਹ ਹਵਾ ਨਹੀਂ ਚੱਲਦੀ ਹੈ। ਮਹਾਰਾਜ ਕਾਹਦੇ ਵਾਸਤੇ ਚੱਲਦੀ ਪਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਪਰਮਾਤਮਾ ਨੇ ਇਸ ਹਨੇਰੀ ਤੋਂ, ਤੂਫਾਨ ਤੋਂ ਕਈ ਕੰਮ ਲੈਣੇ ਨੇ, ਡਿਊਟੀ ਲੱਗੀ ਹੈ, ਇਹ ਕਈ ਕੰਮ ਕਰਦੀ ਪਈ ਹੈ। ਮਹਾਰਾਜ ਕਿਹੜੇ ਕਿਹੜੇ ਕੰਮ ਕਰਦੀ ਪਈ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਸਮੁੰਦਰਾਂ ਦੇ ਵਿੱਚ ਜਹਾਜ਼ ਖਲੋਤੇ ਹੋਏ ਨੇ ਜਿਹੜੇ ਹਨੇਰੀ ਨਾਲ ਚੱਲਣੇ, ਤੇ ਉਹ ਸਮੁੰਦਰੀ ਜਹਾਜ਼ਾਂ ਦੇ ਮਲਾਹ ਜਿਹੜੇ ਨੇ ਸੌਦਾਗਰ, ਉਹ ਰੱਬ ਦੇ ਅੱਗੇ ਦੁਆਵਾਂ ਕਰਦੇ ਪਏ ਵੀ ਰੱਬਾ ਹਵਾ ਦਾ ਕੋਈ ਝੋਕਾ ਆਵੇ, ਕੋਈ ਬੁੱਲਾ ਆਵੇ, ਕੋਈ ਹਨੇਰੀ ਆਵੇ, ਸਾਡੇ ਜਹਾਜ਼ ਚੱਲ ਪੈਣ ਪਾਣੀ ਦੇ ਵਿੱਚ, ਤੇ ਅਸੀਂ ਕਿਤੇ ਤਨ ਪੱਤਨ ਤੇ ਦੂਜੇ ਪਾਸੇ ਚਲੇ ਜਾਈਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੀ ਦੁਆ ਸੁਣੀ ਹੈ ਪਰਮਾਤਮਾ ਨੇ, ਤਾਂ ਇਹ ਹਨੇਰੀ ਚੱਲੀ ਹੈ, ਉਹਨਾਂ ਦੇ ਜਹਾਜ਼ਾਂ ਨੂੰ ਅੱਗੇ ਟਿਕਾਣਾ ਦੇਣ ਵਾਸਤੇ। ਦੂਜਾ ਬਚਨ ਮਹਾਰਾਜ ਨੇ ਆਖਿਆ, ਕਹਿਣ ਲੱਗੇ ਭਾਈ ਜੀਵਾ ਜੀ, ਇਹ ਜਿਹੜੀ ਹਨੇਰੀ ਹੈ ਨਾ, ਮਿੱਟੀ ਉਡਾ ਕੇ ਉਸ ਦੇਸ਼ ਦੇ ਵਿੱਚ ਲੈ ਕੇ ਚੱਲੀ ਹੈ ਜਿਸ ਦੇਸ਼ ਦੇ ਵਿੱਚ ਬੜੇ ਵੱਡੇ ਭਾਰੀ ਅਜਗਰ ਸੱਪ ਬੈਠੇ ਨੇ, ਜਿਨ੍ਹਾਂ ਦੇ ਸਰੀਰ ਇੰਨੇ ਭਾਰੇ ਹੋ ਗਏ ਨੇ ਕਿ ਹੁਣ ਉਹ ਚੱਲ ਫਿਰ ਨਹੀਂ ਸਕਦੇ, ਇੱਕ ਜਗ੍ਹਾ 'ਤੇ ਹੀ ਬੈਠੇ ਹੋਏ, ਬੜੀਆਂ ਭਾਰੀ ਦੇਹਾਂ ਨੇ, ਮਣਾ ਮੂੰਹ ਹੀ ਉਹਨਾਂ ਦਾ ਭਾਰ ਹੈ। ਤੇ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ, ਉਹ ਪਰਮਾਤਮਾ ਦੇ ਅੱਗੇ ਦੁਆ ਕਰਦੇ, ਪਰਮਾਤਮਾ ਅਸੀਂ ਚੱਲ ਤੇ ਨਹੀਂ ਸਕਦੇ, ਤੇ ਸਾਡੇ ਭੋਜਨ ਦਾ ਪ੍ਰਬੰਧ ਕਰੋ, ਸਾਨੂੰ ਭੋਜਨ ਮਿਲ ਜਾਵੇ। ਤੇ ਪਾਤਸ਼ਾਹ ਕਹਿਣ ਲੱਗੇ ਹਨੇਰੀ ਜਿਹੜੀ ਹੈ ਨਾ, ਮਿੱਟੀ ਉਡਾ ਕੇ, ਘੱਟਾ ਕੱਖ ਉਡਾ ਕੇ ਇਹ ਉਹਨਾਂ ਦੇ ਦੇਸ਼ ਲੈ ਕੇ ਜਾਵੇਗੀ। ਉਹ ਆਪਣੇ ਮੂੰਹ ਖੋਲ੍ਹਣਗੇ ਤੇ ਉਹਨਾਂ ਦੇ ਮੂੰਹ ਦੇ ਵਿੱਚ ਇਹ ਮਿੱਟੀ ਤੇ ਇਹ ਪੱਤੇ ਵਗੈਰਾ ਜੋ ਵੀ ਹੈ ਨਾ ਪਵੇਗਾ, ਤੇ ਉਹਨਾਂ ਦੀ ਕੁਝ ਸਮੇਂ ਵਾਸਤੇ ਭੁੱਖ ਮਿਟੇਗੀ। ਇਹ ਹਨੇਰੀ ਨੇ ਦੋ ਕੰਮ ਤੇ ਤੈਨੂੰ ਅਸੀਂ ਦੱਸਿਆ, ਪਰ ਇਹਦੇ ਤੋਂ ਬਿਨਾਂ ਹੋਰ ਵੀ ਇਹਨੇ ਕਈ ਕੰਮ ਕਰਨੇ ਨੇ। ਕਹਿਣੇ ਦੇ ਵਿੱਚ ਰੱਬ ਦਾ ਹੁਕਮ ਹੋਇਆ, ਪਰਮੇਸ਼ਰ ਦਾ ਹੁਕਮ ਹੋਇਆ ਤੇ ਤਾਂ ਚੱਲੀ ਹੈ, ਆਪਣੇ ਆਪ ਨਹੀਂ। ਤੇ ਜਿਹੜੀ ਪਹਿਲਾਂ ਹੀ ਹੁਕਮ ਦੇ ਵਿੱਚ ਹੈ ਉਹਨੂੰ ਅਸੀਂ ਕਿਉਂ ਰੋਕੀਏ। ਕੋਈ ਗੱਲ ਨਹੀਂ, ਅਸੀਂ ਪ੍ਰਸ਼ਾਦਾ ਹੁਣ ਨਹੀਂ ਛਕਾਂਗੇ, ਸ਼ਾਮ ਨੂੰ ਛਕ ਲਵਾਂਗੇ। ਤੇ ਭਾਈ ਜੀਵਿਆ, ਜੇ ਸ਼ਾਮ ਨੂੰ ਵੀ ਨਾ ਹਨੇਰੀ ਖਲੋਤੀ ਤੇ ਅਗਲੇ ਦਿਨ ਸਵੇਰੇ ਛਕ ਲਵਾਂਗੇ। ਅਸੀਂ 24 ਘੰਟੇ ਜਾਂ 12 ਘੰਟੇ ਭੁੱਖੇ ਕੱਟ ਲੈਂਦੇ ਆ, ਪਰ ਰੱਬ ਦੇ ਹੁਕਮ ਦੇ ਵਿੱਚ ਹੁਕਮ ਅਦੂਲੀ ਨਾ ਕਰੀਏ। ਜਿਵੇਂ ਚੱਲਦੀ ਪਈ ਇਹਨੂੰ ਚੱਲਣ ਦਿਓ, ਇਹ ਕੋਈ ਭਲਾ ਹੀ ਕਰਦਾ ਪਿਆ। ਇਹ ਸਤਿਗੁਰਾਂ ਨੇ ਬਚਨ ਕਰਕੇ ਭਾਈ ਜੀਵਾ ਨੂੰ ਔਰ ਸਾਨੂੰ ਵੀ ਉਪਦੇਸ਼ ਬਖਸ਼ਿਆ ਕਿ ਭੈ ਵਿੱਚ ਪਵਨ ਵਹਿ
ਸਾਧਵਾਓ। ਇਹ ਜਿਹੜੀ ਹਵਾ ਚੱਲਦੀ ਹੈ ਨਾ ਸੁੱਖ ਦੇਣ ਵਾਲੀ, ਇਹ ਵੀ ਰੱਬ ਦੇ ਭੈ ਵਿੱਚ ਹੈ, ਹੁਕਮ ਦੇ ਵਿੱਚ ਹੈ। ਹੁਕਮ ਹੁੰਦਾ ਤੇ ਤਾਂ ਚੱਲੀ ਹੈ, ਨਹੀਂ ਹੁਕਮ ਹੁੰਦਾ ਤੇ ਨਹੀਂ ਚੱਲੇਗੀ। ਤੇ ਭੈ ਵਿੱਚ ਚੱਲੇ ਲੱਖ ਦਰਿਆਓ, ਦਰਿਆ ਚੱਲਦੇ ਪਏ, ਸਮੁੰਦਰਾਂ ਦੇ ਪਾਣੀ ਠਾਠਾਂ ਮਾਰਦੇ ਪਏ, ਨਦੀਆਂ ਤੇ ਨਾਲੇ ਚੱਲਦੇ ਪਏ, ਹੈ ਇਹਨਾਂ ਨੂੰ ਵੀ ਰੱਬ ਦਾ ਡਰ। ਇਹ ਵੀ ਰੱਬ ਦੇ ਕਹਿਣੇ ਵਿੱਚ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਬਚਨ ਹੈ, ਸਾਰਾ ਸ਼ਲੋਕ ਹੀ ਆਪਾਂ ਪੜ੍ਹ ਲਈਏ। ਸਾਰੇ ਸ਼ਲੋਕ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਿਆ, ਸਾਰੀ ਸ੍ਰਿਸ਼ਟੀ ਭੈ ਦੇ ਵਿੱਚ ਹੈ। ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ। ਪ੍ਰਮਾਤਮਾ ਹੀ ਡਰ ਤੋਂ ਰਹਿਤ ਹੈ, ਜਿਹਨੇ ਦੁਨੀਆ ਬਣਾਈ ਹੈ। ਉਹਦੇ ਤੋਂ ਬਿਨਾਂ ਜਿੰਨੀ ਦੁਨੀਆ ਸਾਰੀ ਡਰ ਦੇ ਵਿੱਚ ਹੈ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ, ਕਹਿਣ ਲੱਗੇ ਭੈ ਵਿੱਚ ਸਭ ਆਕਾਰ ਹੈ। ਜਿੰਨੇ ਆਕਾਰ ਬਣੇ ਨੇ ਸਾਰੇ ਡਰ ਦੇ ਵਿੱਚ ਨੇ, ਭਾਵੇਂ ਹਵਾ ਹੈ, ਪਾਣੀ ਹੈ, ਸੂਰਜ ਹੈ, ਚੰਦਰਮਾ, ਧਰਤੀ, ਮਨੁੱਖ ਹੈ, ਪਸ਼ੂ ਹੈ, ਪੰਛੀ ਹੈ, ਸਾਰੇ ਡਰ ਦੇ ਵਿੱਚ ਨੇ। ਇਹੋ ਜਿਹਾ ਕੋਈ ਨਹੀਂ ਜਿਹੜਾ ਡਰ ਤੋਂ ਬਿਨਾਂ ਹੋਵੇ। ਇੱਥੋਂ ਤੱਕ ਕਿ ਜਿਹੜੇ ਦੇਵਤੇ ਨੇ ਉਹਨਾਂ ਨੂੰ ਵੀ ਡਰ ਹੈ। ਜੇ ਪਾਪ ਕਰਮ ਕਰਾਂਗੇ ਤੇ ਸਜ਼ਾ ਮਿਲੇਗੀ। ਇੰਦਰ ਵਰਗਿਆਂ ਨੂੰ ਡਰ ਬਣਿਆ ਹੋਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਿਰਭਉ ਹਰਿ ਜੀਉ ਸੋਏ। ਇੱਕ ਪਰਮਾਤਮਾ ਇਹੋ ਜਿਹਾ ਹੈ ਜਿਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਪਰਮਾਤਮਾ ਮਰਜ਼ੀ ਦਾ ਮਾਲਕ, ਮੌਜ ਦਾ ਮਾਲਕ ਹੈ। ਜੋ ਚਾਹਵੇ ਜਦੋਂ ਚਾਹਵੇ ਉਹ ਕਰ ਸਕਦਾ। ਇੱਕ ਪਰਮੇਸ਼ਰ ਨੂੰ ਡਰ ਨਹੀਂ ਹੈ। ਉਹਦੇ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਜਿੰਨੀ ਵੀ ਸਾਜੀ ਹੈ, ਜੋ ਵੀ ਸਾਨੂੰ ਦਿਸਦਾ ਪਿਆ, ਇਹ ਸਾਰਾ ਉਹਦੇ ਡਰ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ। ਸਤਿਗੁਰ ਸੇਵਿਆ ਹਰ ਮਨ ਵਸੈ, ਤਿੱਥੇ ਭਉ ਕਦੇ ਨਾ ਹੋਏ। ਸਤਿਗੁਰਾਂ ਦੀ ਸੇਵਾ ਕਰਕੇ ਪਰਮੇਸ਼ਰ ਹਿਰਦੇ ਵਿੱਚ ਵਸ ਜਾਂਦਾ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਗਿਆ, ਪਰਮੇਸ਼ਰ ਦਾ ਨਾਮ ਵਸ ਗਿਆ, ਫਿਰ ਉਹਨਾਂ ਭਗਤਾਂ ਨੂੰ ਵੀ ਕਿਸੇ ਦਾ ਡਰ ਨਹੀਂ ਲੱਗਦਾ। ਜਿਹੜੇ ਭਗਤ ਨੇ ਨਾ ਗੁਰਮੁਖ ਨਾਮ ਜਪਣ ਵਾਲੇ, ਉਹਨਾਂ ਨੂੰ ਡਰ ਨਹੀਂ ਹੈ ਕਿਸੇ ਦਾ। ਉਹ ਡਰ ਤੋਂ ਰਹਿਤ ਹੋ ਜਾਂਦੇ, ਕਿਉਂਕਿ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹਨਾਂ ਦਾ ਡਰ ਗਵਾ ਜਾਂਦਾ, ਕਿਉਂਕਿ ਨਿਰਭਉ ਨੂੰ ਜਪਿਆ ਹੈ, ਐਸੇ ਪਰਮੇਸ਼ਰ ਨੂੰ ਜਪਿਆ ਹੈ। ਸਤਿਗੁਰੂ ਫਰਮਾਉਂਦੇ, ਸਤਿਗੁਰ ਸੇਵਿਆ ਹਰ ਮਨ ਵਸੈ। ਗੁਰੂ ਦੀ ਸੇਵਾ ਕਰਕੇ ਤਾਂ ਨਾਮ ਮਨ ਵਿੱਚ ਵਸਦਾ। ਨਾਮ ਐਵੇਂ ਨਹੀਂ ਵਸ ਜਾਂਦਾ। ਅਸੀਂ ਆਖਦੇ ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਨਹੀਂ ਖਲੋਂਦਾ, ਸਾਡਾ ਮਨ ਭੜਕਦਾ ਪਿਆ। ਜਿੰਨਾ ਚਿਰ ਗੁਰੂ ਦੀ ਖੁਸ਼ੀ ਨਹੀਂ ਹੋਵੇਗੀ, ਮਿਹਰ ਨਹੀਂ ਹੋਵੇਗੀ, ਮਨ ਟਿਕੇਗਾ ਨਹੀਂ। ਜਦੋਂ ਮਨ ਟਿਕ ਗਿਆ ਤੇ ਪਾਤਸ਼ਾਹ ਕਹਿੰਦੇ ਭਉ ਕਦੇ ਨਾ ਹੋਏ। ਫਿਰ ਡਰ ਦੁਨੀਆ ਦਾ ਰਹਿ ਹੀ ਨਹੀਂ ਜਾਣਾ, ਨਾ ਕਿਸੇ ਰਾਜੇ ਦਾ, ਨਾ ਕਿਸੇ ਗੁਆਂਢੀ ਦਾ, ਨਾ ਕਿਸੇ ਰਿਸ਼ਤੇਦਾਰ ਦਾ, ਨਾ ਦੁਨੀਆ ਦਾ। ਦੁਨੀਆ ਕੀ ਕਵੇਗੀ ਇਹ ਵੀ ਡਰ ਨਹੀਂ ਰਹਿ ਜਾਂਦਾ। ਅੱਜ ਅਸੀਂ ਜ਼ਿੰਦਗੀ ਵਿੱਚ ਅੱਧਿਓਂ ਕੰਮ ਅਸੀਂ ਦੁਨੀਆ ਤੋਂ ਡਰਦੇ ਕਰਦੇ ਹਾਂ। ਫਲਾਣਾ ਕੀ ਕਵੇਗਾ, ਰਿਸ਼ਤੇਦਾਰ ਕੀ ਆਖੇਗਾ, ਕੁੜਮ ਕੀ ਆਖਣਗੇ, ਜਵਾਈ ਕੀ ਆਖਣਗੇ। ਅੱਧਿਓਂ ਵੱਧ ਅਸੀਂ ਕੰਮ ਦੁਨੀਆ ਦੇ ਡਰ ਤੋਂ ਕਰਦੇ ਹਾਂ। ਪਰ ਜਦੋਂ ਰੱਬ ਦੀ ਪ੍ਰਾਪਤੀ ਹੋ ਗਈ, ਫਿਰ ਦੁਨੀਆ ਦਾ ਡਰ, ਕੋਈ ਭਲਾ ਕਹੋ ਚਾਹੇ ਬੁਰਾ ਕਹੋ, ਹਮ ਤਨ ਦਿਓ ਹੈ ਧਾਰ। ਹੁਣ ਕੋਈ ਭਾਵੇਂ ਮਾੜਾ ਕਵੇ ਚੰਗਾ ਕਵੇ, ਕੋਈ ਫਰਕ ਹੀ ਨਹੀਂ ਪੈਂਦਾ। ਮੈਂ ਪਰਮੇਸ਼ਰ ਦੇ ਦਰ ਤੇ ਕਬੂਲ ਹੋ ਗਿਆ ਹਾਂ। ਦੁਸ਼ਮਣ ਦੁੱਖ ਤਿਸਨੋ ਨੇੜ ਨ ਆਵੈ, ਹੋ ਨਾ ਸਕਾ ਕੋਏ। ਦੁਸ਼ਮਣ ਤੇ ਦੁੱਖ, ਨਾ ਦੁਸ਼ਮਣ ਕੋਈ ਨੇੜੇ ਆ ਸਕੇਗਾ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ। ਬਾਣੀ ਦਾ ਬਚਨ ਹੈ, ਦੁੱਖ ਵੀ ਨੇੜੇ ਨਹੀਂ ਆਵੇਗਾ। ਸਤਿਗੁਰ ਪੂਰਾ ਸੇਵਿਆ, ਦੁੱਖਾਂ ਕਾ ਹੋਏ ਨਾਸ। ਪੂਰੇ ਗੁਰੂ ਦੀ ਸੇਵਾ ਕਰਕੇ ਦੁੱਖ ਨਾਸ ਹੋ ਜਾਂਦੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲਿਆ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਨਾਮ ਜਪਣ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਵੀ ਨੇੜੇ ਨਹੀਂ ਆਉਂਦਾ, ਦੁਸ਼ਮਣ ਵੀ ਕੋਈ ਨੇੜੇ ਨਹੀਂ ਆਉਂਦਾ। ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਹਾਂ, ਜੋ ਜੋ ਤੇਰਾ ਭਗਤ ਦੁਖਾਏ, ਉਹ ਤਤਕਾਲ ਤੋਂ ਮਾਰਾ। ਤਤਕਾਲ ਤੋਂ ਭਾਵ ਹੁੰਦਾ ਬਹੁਤ ਜਲਦੀ, ਬਹੁਤ ਛੇਤੀ। ਜਿਹੜਾ ਤੇਰੇ ਭਗਤਾਂ ਨੂੰ ਦੁੱਖ ਦਿੰਦਾ, ਉਹਨੂੰ ਮਾਰਨ ਵਾਸਤੇ ਤੂੰ ਇੱਕ ਛਿਣ ਦਾ ਸਮਾਂ ਵੀ ਨਹੀਂ ਲਾਉਂਦਾ, ਝੱਟ ਹੀ ਮਾਰ ਦਿੰਦਾ। ਦੁਸ਼ਮਣ ਵੀ ਉਹਨਾਂ ਦਾ ਵਾਲ ਨਹੀਂ ਵਿੰਗਾ ਕਰ ਸਕਦਾ, ਦੁੱਖ ਵੀ ਉਹਨਾਂ ਨੂੰ ਕੋਈ ਵਿਆਪ ਨਹੀਂ ਸਕਦਾ ਹੈ। ਤੇ ਪੋਹੇ ਨਾ ਸਕੈ ਕੋਏ, ਇੱਥੋਂ ਤੱਕ ਕਿ ਉਹਨਾਂ ਨੂੰ ਛੂਹ ਕੋਈ ਨਹੀਂ ਸਕਦਾ, ਹੱਥ ਲਾ ਕੇ ਛੂਹ ਵੀ ਨਹੀਂ ਸਕਦਾ ਰੱਬ ਦੇ ਭਗਤਾਂ ਨੂੰ।
ਐਸੀ ਪਰਮਾਤਮਾ ਉਹਨਾਂ ਦੀ ਰੱਖਿਆ ਕਰਦਾ ਹੈ। ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ। ਅੱਜ ਇਹ ਕਿਵੇਂ ਹੋ ਗਿਆ? ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਦੇ ਭਗਤਾਂ ਨੇ, ਗੁਰਮੁਖਾਂ ਨੇ ਇਹ ਗੱਲ ਵਿਚਾਰੀ ਹੈ ਕਿ ਜੋ ਕੁਝ ਦੁਨੀਆ ਤੇ ਹੋ ਰਿਹਾ ਨਾ ਉਹਦੇ ਭਾਣੇ ਵਿੱਚ ਹੀ ਹੋ ਰਿਹਾ। ਸਾਨੂੰ ਦਖਲ ਅੰਦਾਜ਼ੀ ਕਰਨ ਦੀ ਲੋੜ ਹੀ ਨਹੀਂ। ਅਸੀਂ ਫਿਕਰ ਵਿੱਚ ਮਰੇ ਰਹਿੰਦੇ ਹਾਂ, ਆਹ ਕੰਮ ਕਿਵੇਂ ਹੋਵੇਗਾ ਕਿ ਨਹੀਂ ਹੋਵੇਗਾ, ਪਤਾ ਨਹੀਂ ਕੱਲ ਨੂੰ ਕੀ ਬਣੇਗਾ। ਪਰ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਨਾ ਉਹ ਬੇਫਿਕਰ ਹੋ ਜਾਂਦੇ। ਕਹਿੰਦੇ ਜੋ ਹੋਣਾ ਉਹ ਪਰਮਾਤਮਾ ਦੇ ਹੁਕਮ ਵਿੱਚ ਹੋਣਾ। ਉਹਨੇ ਜੋ ਕਰਨਾ ਹੈ, ਜੋ ਕੁਛ ਕਰਨਾ ਸੋ ਕਰ ਰਿਹਾ। ਜੋ ਉਹਨੇ ਕਰਨਾ ਉਹਨੇ ਕਰਕੇ ਹਟਣਾ। ਫਿਰ ਫਿਕਰ ਕਿਸ ਗੱਲ ਦਾ ਹੈ? ਨਾਨਕ ਆਪੇ ਹੀ ਪਤ ਰੱਖਸੀ ਘਰ ਸਵਾਰੇ ਸੋਏ। ਪਰਮਾਤਮਾ ਆਪ ਹੀ ਆਪਣੇ ਭਗਤਾਂ ਦੀ ਪਤ ਕਹੀਏ ਇੱਜ਼ਤ ਰੱਖਦਾ। ਇਸ ਲੋਕ ਦੇ ਵਿੱਚ ਵੀ ਇੱਜ਼ਤ ਰੱਖਦਾ ਭਗਤਾਂ ਦੀ, ਪਰਲੋਕ ਦੇ ਵਿੱਚ ਵੀ ਇੱਜ਼ਤ ਰੱਖਦਾ। ਤੇ ਪਾਤਸ਼ਾਹ ਫਰਮਾਉਂਦੇ ਕਾਰਜ ਸਵਾਰੇ ਸੋਏ। ਜਿਹੜੇ ਤੇਰੇ ਕਾਰਜ ਨਹੀਂ ਨਾ ਕਿਤੇੋਂ ਬਣਦੇ ਪਏ, ਵਿਘਨ ਪੈਂਦੇ ਪਏ, ਕਾਰਜ ਨਹੀਂ ਹੁੰਦੇ ਪਏ, ਉਹਨਾਂ ਕਾਰਜਾਂ ਨੂੰ ਵੀ ਉਹ ਸਵਾਰ ਦਿੰਦਾ। ਐਸਾ ਸਮਰੱਥ ਹੈ, ਉਹ ਸਾਰੇ ਕਾਰਜਾਂ ਨੂੰ ਬਣਾ ਦਿੰਦਾ ਹੈ। ਮਹਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਵੀ ਫੁੱਲ ਜਾਹੇ। ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਕਿਹੋ ਜੀ ਹੈ? ਇੱਕ ਸੱਜਣ ਚੱਲੇ, ਇੱਕ ਮਿੱਤਰ ਉਹ ਨੇ ਜਿਹੜੇ ਚੱਲਣ ਵਾਸਤੇ ਤਿਆਰ ਨੇ। ਤਿਆਰੀ ਹੋ ਗਈ ਹੈ, ਜਮਾਂ ਦਾ ਸੁਨੇਹਾ ਪਹੁੰਚਣ ਵਾਲਾ ਹੈ। ਰੱਬ ਨੇ ਚੱਲਣ ਵਾਸਤੇ ਬਹਾਨਾ ਬਣਾ ਦਿੱਤਾ, ਉਸ ਨੂੰ ਬਿਮਾਰ ਕਰ ਦਿੱਤਾ, ਉਸ ਦਾ ਝਗੜਾ ਕਿਸੇ ਦੇ ਗਲ ਪਵਾ ਦਿੱਤਾ। ਜਾਂ ਤੇ ਉਹ ਝਗੜੇ ਵਿੱਚ ਮਾਰਿਆ ਜਾਏਗਾ ਜਾਂ ਬਿਮਾਰੀ ਦੇ ਨਾਲ। ਇੱਕ ਸੱਜਣ ਚੱਲੇ, ਇੱਕ ਚੱਲਣ ਵਾਸਤੇ ਤਿਆਰ ਹੋ ਗਿਆ, ਦੁਨੀਆ ਛੱਡਣ ਨੂੰ ਸਮਾਂ ਹੋ ਗਿਆ। ਤੇ ਦੂਜਾ ਬਚਨ ਕਰਦੇ ਇੱਕ ਚਲੇ ਗਏ, ਇੱਕ ਉਹਦੇ ਤੋਂ ਪਹਿਲਾਂ ਮਰ ਕੇ ਖੱਪ ਕੇ ਚਲੇ ਗਏ, ਉਹਨਾਂ ਦਾ ਸਿਵਾ ਠੰਡਾ ਹੋ ਗਿਆ। ਇੱਕ ਪਹਿਲਾਂ ਮਰ ਗਏ ਨੇ, ਉਹਨਾਂ ਦਾ ਸਿਵਾ ਬਲਨੋਂ ਬੁਝ ਗਿਆ। ਇੱਕ ਮਰਨ ਵਾਸਤੇ ਹੁਣ ਤਿਆਰ ਨੇ, ਚੱਲਣ ਵਾਸਤੇ ਤਿਆਰ ਨੇ। ਰਹਿੰਦੇ ਪੀ ਫੁੰਨ ਜਾਹੇ। ਜਿਹੜੇ ਦੁਨੀਆ ਤੇ ਬਚੇ ਹੋਏ ਨੇ ਨਾ ਉਹਨਾਂ ਨੇ ਵੀ ਇੱਕ ਦਿਨ ਚਲੇ ਜਾਣਾ ਹੈ। ਜੇ ਦਾਦੇ ਦੀ ਮੌਤ ਹੋਈ ਹੈ ਤੇ ਹੁਣ ਪਿਤਾ ਦੀ ਮੌਤ ਹੋ ਗਈ ਹੈ ਤੇ ਬਾਅਦ ਵਿੱਚ ਉਹਦੇ ਪੁੱਤਰ ਦੀ ਮੌਤ ਵੀ ਹੋਣੀ ਹੈ। ਸਮਾਂ ਪਾ ਕੇ ਸਭ ਨੇ ਦੁਨੀਆ ਤੋਂ ਜਾਣਾ ਹੈ। ਇੱਕ ਸੱਜਣ ਚੱਲੇ, ਇੱਕ ਚਲੇ ਗਏ, ਇੱਕ ਪਹਿਲਾਂ ਚਲੇ ਗਏ, ਇੱਕ ਚੱਲਣ ਨੂੰ ਤਿਆਰ ਨੇ। ਰਹਿੰਦੇ ਪੀ ਫੁਨ ਜਾਹੇ। ਜਿਹੜੇ ਰਹਿੰਦੇ ਬਚੇ ਹੋਏ ਨੇ, ਸਮਾਂ ਉਹਨਾਂ ਦਾ ਜਿੱਦਨ ਹੋ ਗਿਆ, ਉਹਨਾਂ ਵੀ ਦੁਨੀਆ ਤੋਂ ਜਾਣਾ ਹੈ। ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਏ। ਜਿਨ੍ਹਾਂ ਨੇ ਪੂਰੇ ਗੁਰੂ ਦੀ ਸੇਵਾ ਨਹੀਂ ਨਾ ਕੀਤੀ ਉਹ ਦੁਨੀਆ ਵਿੱਚ ਆਉਂਦੇ ਵੀ ਪਛਤਾਉਂਦੇ ਹੀ ਨੇ। ਪਛਤਾਉਂਦੇ ਹੋਏ ਦੁਨੀਆ ਤੇ ਆਏ, ਰੋਂਦੇ ਹੋਏ ਦੁਨੀਆ ਤੇ ਆਏ। ਸਾਰੀ ਉਮਰ ਇੱਥੇ ਵੀ ਪਛਤਾਉਂਦੇ ਰਹੇ। ਜਦੋਂ ਮਰ ਕੇ ਦੁਨੀਆ ਤੋਂ ਜਾਣਗੇ ਪਛਤਾਵਾ ਕਰਦੇ ਹੀ ਜਾਣਗੇ। ਆਉਂਦੇ ਵੀ ਪਛਤਾਵੇ ਦੇ ਵਿੱਚ ਝੂਰਦੇ ਹੋਏ, ਜਾਂਦੇ ਵੀ ਪਛਤਾਵੇ ਦੇ ਵਿੱਚ ਝੂਰਦੇ ਹੋਏ। ਆਵੇ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੇ ਆਏ ਗਏ ਪਛਤਾਹੇ। ਪਛਤਾਉਂਦਿਆਂ ਹੀ ਆਉਂਦੇ, ਪਛਤਾਉਂਦਿਆਂ ਹੀ ਜਾਂਦੇ। ਕੌਣ? ਜਿਨ੍ਹਾਂ ਨੇ ਗੁਰੂ ਦੀ ਸੇਵਾ ਨਹੀਂ ਕੀਤੀ ਹੈ। ਨਾਨਕ ਸਤ ਅਤੇ ਸੇ ਨਾ ਵਿਛੜੇ, ਸਤਿਗੁਰ ਸੇਵ ਸੁਮਾਏ। ਮਹਾਰਾਜ ਫਰਮਾਉਂਦੇ ਜਿਹੜੇ ਸਤ ਦੇ ਨਾਲ ਰੱਤੇ ਗਏ, ਸੱਚੇ ਨਾਮ ਨੂੰ ਆ ਰੰਗ ਜਿਨ੍ਹਾਂ ਨੇ ਆਪਣੇ ਮਨ ਨੂੰ ਚੜ੍ਹ ਲਿਆ ਹੈ, ਜਿਹੜੇ ਨਾਮ ਦੇ ਵਿੱਚ ਰੰਗੇ ਨੇ, ਸੇ ਨਾ ਵਿਛੜੈ। ਉਹ ਗੁਰੂ ਨਾਲੋਂ ਵਿਛੜਦੇ ਨਹੀਂ, ਉਹ ਗੁਰੂ ਤੋਂ ਦੂਰ ਨਹੀਂ ਹੁੰਦੇ। ਤੇ ਸਤਿਗੁਰ ਸੇਵ ਸਮਾਹੇ। ਗੁਰੂ ਦੀ ਸੇਵਾ ਕਰਕੇ ਸੇਵਾ ਵਿੱਚ ਹੀ ਸਮਾ ਗਿਆ, ਸੇਵਾ ਦਾ ਹੀ ਰੂਪ ਹੋ ਗਿਆ, ਪਰਮੇਸ਼ਰ ਦੇ ਵਿੱਚ ਲਿਵ ਲੀਨ ਹੋ ਗਿਆ। ਇਹੋ ਜਿਹੇ ਗੁਰਮੁਖ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ। ਤਿਸ ਮਿਲਿਆ ਸਤਿਗੁਰ ਸੱਜਣੇ, ਜਿਸ ਅੰਦਰ ਹਰ ਗੁਣਕਾਰੀ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਸਤਿਗੁਰੂ ਸੱਜਣ ਨੂੰ ਮਿਲੀਏ ਭਾਈ ਜਿਨ੍ਹਾਂ ਦੇ ਅੰਦਰ ਗੁਣਕਾਰੀ ਔਸ਼ਧੀ ਰੂਪ ਜੋ ਪਰਮਾਤਮਾ ਹੈ, ਤਿਸ ਦੀ ਪ੍ਰਾਪਤੀ ਤੇ ਗੁਣ ਜਿਸ ਗੁਰੂ ਦੇ ਕੋਲ ਨੇ, ਉਸ ਗੁਰੂ ਨੂੰ ਮਿਲੀਏ ਤਾਂ ਕਿ ਉਹ ਗੁਣ ਸਾਨੂੰ ਵੀ ਮਿਲ ਜਾਣ ਤੇ ਅਸੀਂ ਵੀ ਉਸ ਪਰਮਾਤਮਾ ਦੀ ਪ੍ਰਾਪਤੀ ਵਾਲੇ ਬਣ ਜਾਣਾ ਕਰੀਏ। ਮਿਲਿਆ ਸਤਿਗੁਰ ਪ੍ਰੀਤ ਮੈਂ, ਜਿਨ ਹਉਮੈ ਵਿੱਚੋਂ ਮਾਰੀ। ਐਸੇ ਗੁਰੂ ਨੂੰ, ਐਸੇ ਪ੍ਰੀਤਮ ਨੂੰ ਮਿਲੀਏ ਜਿਸ ਨੇ ਆਪਣੀ ਹਉਮੈ ਨੂੰ ਆਪ ਮਾਰਿਆ ਹੋਇਆ। ਗੁਰੂ ਨੇ ਆਪਣੀ ਹਉਮੈ ਮਾਰੀ ਹੋਈ ਹੈ। ਹਉਮੈ ਮਾਰੀ ਹੈ ਤੇ ਤਾਂ ਸੇਵਾ ਹੋਈ ਹੈ। ਜੇ ਹਉਮੈ ਹੁੰਦੀ ਨਾ ਮਨ ਵਿੱਚ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਦੇ ਗੁਰੂ ਅੰਗਦ ਸਾਹਿਬ ਦੀ ਸੇਵਾ ਨਾ ਕਰਦੇ। ਮੈਂ ਤੇ ਇਹਨਾਂ ਦਾ ਕੁੜਮ ਲੱਗਦਾ ਹਾਂ, ਮੈਂ ਕਿਉਂ ਸੇਵਾ ਕਰਾਂ। ਜੇ ਹਉਮੈ ਹੋਵੇ ਨਾ ਵੀ ਮੈਂ ਇਹ ਰਿਸ਼ਤਾ ਰੱਖਦਾ ਤੇ ਸੇਵਾ ਨਾ ਹੁੰਦੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਵਾਈ ਲੱਗਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ। ਜੇ ਹਉਮੈ ਆ ਜਾਂਦੀ ਵੀ ਮੈਂ ਤੇ ਇਸ ਘਰ ਦਾ ਜਵਾਈ ਹਾਂ, ਇਹਨਾਂ ਦਾ ਫਰਜ਼ ਬਣਦਾ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇਣ, ਮੈਂ ਕਿਉਂ ਮਿੱਟੀ ਚੁੱਕਾਂ ਇਹਨਾਂ ਦੇ ਘਰ ਦੀ। ਪ੍ਰਾਪਤੀ ਨਹੀਂ ਹੈ। ਪਰ ਹਉਮੈ ਨਹੀਂ, ਕਦੇ ਜਨਾਇਆ ਹੀ ਨਹੀਂ ਹੈ।
ਤੇ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਇਹ ਸੋਚ ਲੈਂਦੇ ਵੀ ਮੈਂ ਤੇ ਪੁੱਤਰ ਆ ਤੇ ਸਾਰਾ ਕੁਝ ਬਾਪ ਤੋਂ ਬਾਅਦ ਵਿੱਚ ਮੇਰਾ ਹੀ ਹੈ, ਮੈਂ ਤੇ ਮਾਲਕ ਆ, ਮੈਂ ਕਿਉਂ ਸੇਵਾ ਕਰਾਂ, ਮੈਂ ਕਿਉਂ ਬਚਨ ਮੰਨਾਂ, ਮੈਨੂੰ ਕੀ ਲੋੜ ਹੈ, ਤੇ ਪ੍ਰਾਪਤੀ ਨਾ ਹੁੰਦੀ। ਪਰ ਜਦੋਂ ਬਚਨ ਮੰਨਣ ਦਾ ਸਮਾਂ ਆਇਆ, ਸੇਵਕ ਬਣ ਕੇ ਹੱਥ ਜੋੜ ਕੇ ਬਚਨ ਮੰਨਿਆ। ਪਾਤਸ਼ਾਹ ਕਹਿਣ ਲੱਗੇ, ਭਾਈ ਗੁਰੂ ਇਹੋ ਜਿਹਾ ਜਿਹਨੇ ਆਪਣੇ ਅੰਦਰੋਂ ਹਉਮੈ ਮਾਰ ਲਈ ਹੈ, ਔਰ ਜਿਹੜਾ ਸਿੱਖ ਗੁਰੂ ਦੇ ਨਾਲ ਜੁੜੇਗਾ ਨਾ, ਗੁਰੂ ਦਾ ਉਪਦੇਸ਼ ਲਵੇਗਾ, ਉਹਦੇ ਅੰਦਰੋਂ ਵੀ ਗੁਰੂ ਹਉਮੈ ਮਾਰ ਦਿੰਦਾ, ਹੰਕਾਰ ਮਾਰ ਦਿੰਦਾ ਹੈ, ਉਹਦਾ ਹੰਕਾਰ ਨਾਸ ਹੋ ਜਾਂਦਾ ਹੈ। ਸੋ ਸਤਿਗੁਰ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰੇਸ਼ਟ ਸਵਾਰੀ। ਇਸ ਕਰਕੇ ਭਾਈ ਸਤਿਗੁਰੂ ਧਨ ਨੇ ਜਿਨ੍ਹਾਂ ਨੇ ਉਪਦੇਸ਼ ਦੇ ਕੇ ਇੱਕ ਦਾ ਨਹੀਂ ਪੂਰੀ ਸ੍ਰਿਸ਼ਟੀ ਦਾ ਭਲਾ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਨੇ ਜਿਵੇਂ ਰੁੱਖ ਹੁੰਦਾ ਨਾ, ਰੁੱਖ ਦੇ ਕੋਲ ਜਿਹੜਾ ਬੈਠੇਗਾ, ਰੁੱਖ ਸਾਰਿਆਂ ਨੂੰ ਛਾਂ ਦਿੰਦਾ, ਸਾਰਿਆਂ ਨੂੰ ਫਲ ਦਿੰਦਾ, ਉਹ ਮੇਰ ਤੇ ਨਹੀਂ ਕਰਦਾ। ਗੁਰੂ ਇਹੋ ਜਿਹਾ ਜਿਹੜਾ ਵੀ ਗੁਰੂ ਦੇ ਉਪਦੇਸ਼ ਨੂੰ ਸੁਣਦਾ, ਸਤਿਗੁਰੂ ਪਾਤਸ਼ਾਹ ਜੀ ਉਹਦਾ ਹੀ ਭਲਾ ਕਰ ਦਿੰਦੇ। ਮਹਾਰਾਜ ਕਹਿਣ ਲੱਗੇ, ਸੋ ਸਤਿਗੁਰੂ ਪੂਰਾ ਧਨ ਧਨ ਹੈ, ਐਸੇ ਸਤਿਗੁਰੂ ਪੂਰੇ ਧਨ ਧਨ ਹਨ ਜਿਨ ਹਰ ਉਪਦੇਸ਼ ਦੇ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਦੇ ਕੇ ਪਰਮੇਸ਼ਰ ਦਾ ਨਾਮ ਜਪਾ ਕੇ ਤੇ ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਸਵਾਰਿਆ ਹੈ, ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਨਾਲ ਮਿਲਿਆ ਹੈ। ਜਪਿਓ ਸੰਤੋ ਰਾਮ ਨਾਮ, ਭਉਜਲ ਬਿਖ ਤਾਰੀ। ਇਸ ਕਰਕੇ ਐ ਸੰਤੋ, ਐ ਮਹਾਤਮਾ, ਐ ਗੁਰਮੁਖੋ, ਐ ਨਾਮ ਜਪਣ ਵਾਲਿਓ, ਗੁਰਸਿੱਖੋ, ਅਸੀਂ ਤੁਹਾਨੂੰ ਇਹ ਬਚਨ ਕਰਦੇ ਹਾਂ, ਨਿਤ ਜਪੋ ਰਾਮ ਨਾਮ। ਰਾਮ ਦੇ ਨਾਮ ਨੂੰ ਅੱਜ ਜਪਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਕੱਲ ਨੂੰ ਨਹੀਂ ਜਪਣਾ। ਜੇ ਕੱਲ ਨੂੰ ਜਪਿਆ ਤੇ ਮਤਲਬ ਇਹ ਨਹੀਂ ਲੈ ਲੈਣਾ ਵੀ ਹੁਣ ਪਰਸੋਂ ਨਹੀਂ ਜਪਣਾ। ਨਿਤ ਜਪੋ, ਨਿਤਾ ਪ੍ਰਤੀ ਹਰ ਰੋਜ਼ ਉਹਦੇ ਰਾਮ ਦੇ ਨਾਮ ਨੂੰ ਜਪੋ। ਭਵਜਲ ਬਿਖ ਤਾਰੀ, ਇਹ ਜਿਹੜਾ ਭਵਜਲ ਸੰਸਾਰ ਹੈ ਨਾ, ਬਿਖ ਯਹਿਰ ਦੇ ਵੱਤ ਬੜਾ ਤਰਨਾ ਔਖਾ ਹੈ, ਪਰ ਇਸ ਵਿਉ ਰੂਪੀ ਸੰਸਾਰ ਤੋਂ ਪਰਮੇਸ਼ਰ ਦਾ ਨਾਮ ਤੁਹਾਨੂੰ ਤਾਰ ਦੇਵੇਗਾ। ਗੁਰ ਪੂਰੇ ਹਰ ਉਪਦੇਸਿਆ, ਗੁਰ ਵਿਟੜਿਓ ਹਉ ਸਦਵਾਰੀ। ਜਿਨ੍ਹਾਂ ਨੂੰ ਪੂਰੇ ਗੁਰਾਂ ਨੇ ਉਪਦੇਸ਼ ਬਖਸ਼ਿਆ ਹੈ, ਐਸੇ ਗੁਰੂ ਤੋਂ ਭਾਈ ਬਲਿਹਾਰ ਜਾਈਏ, ਕੁਰਬਾਨ ਜਾਈਏ। ਗੁਰੂ ਦਾ ਉਪਦੇਸ਼ ਜਿਨ੍ਹਾਂ ਨੂੰ ਮਿਲਿਆ, ਜਿਹੜੇ ਕਮਾਈ ਕਰਕੇ ਸਫਲੇ ਹੋਏ ਹਨ। ਲੋਕ ਮਹਲਾ ਤੀਜਾ, ਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ। ਸਤਿਗੁਰੂ ਫਰਮਾਉਂਦੇ ਨੇ, ਸਤਿਗੁਰ ਕੀ ਸੇਵਾ, ਸੇਵਾ ਜਿਹੜੀ ਹੈ ਗੁਰਮੁਖੋ, ਉਹ ਹੁੰਦੀ ਹੈ ਨਿਸ਼ਕਾਮ, ਉਹਦੇ ਵਿੱਚ ਕਾਮਨਾ ਨਹੀਂ ਹੁੰਦੀ। ਜਿਹੜੀ ਕਾਮਨਾ ਨਾ ਰੱਖ ਕੇ ਸੇਵਾ ਕਰੀਏ ਉਸ ਨੂੰ ਕਿਹਾ ਜਾਂਦਾ ਸੇਵਾ। ਤੇ ਚਾਕਰੀ ਉਹਨੂੰ ਕਹਿੰਦੇ ਨੇ ਜਿਹੜੀ ਕਾਮਨਾ ਰੱਖ ਕੇ ਕੀਤੀ ਜਾਵੇ। ਅਸੀਂ ਸੇਵਾ ਕਰਦੇ ਹਾਂ, ਕਈ ਵਾਰੀ ਸੇਵਾ ਕਰਦੇ ਹਾਂ ਕੋਈ ਮਨੋਰਥ ਨਹੀਂ ਹੁੰਦਾ ਮਨ ਵਿੱਚ ਵੀ ਮੈਂ ਆਹ ਮੰਗਾਂਗਾ, ਉਹ ਹੈ ਸੇਵਾ। ਕਈ ਵਾਰੀ ਅਸੀਂ ਸੇਵਾ ਕਰਦੇ ਹਾਂ, ਸਾਡੀ ਭਾਵਨਾ ਇਹ ਹੁੰਦੀ ਹੈ ਵੀ ਮੈਨੂੰ ਇਹ ਮਿਲੇ, ਉਹ ਹੁੰਦੀ ਹੈ ਚਾਕਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ। ਗੁਰੂ ਦੀ ਸੇਵਾ ਜੇ ਨਿਸ਼ਕਾਮ ਹੋ ਕੇ ਕਰੇਗਾ ਤਾਂ ਵੀ ਤੈਨੂੰ ਸੁਖ ਦੇਵੇਗੀ, ਔਰ ਜੇ ਕਾਮਨਾ ਰੱਖ ਕੇ ਵੀ ਕਰ ਲਏਗਾ ਸੇਵਾ ਤੇ ਮਾੜੀ ਉਹ ਵੀ ਨਹੀਂ ਹੈ, ਸੁਖ ਤੈਨੂੰ ਉਹਦੇ ਵਿੱਚੋਂ ਵੀ ਮਿਲੇਗਾ। ਗੁਰੂ ਦੀ ਸੇਵਾ ਭਾਵੇਂ ਕਾਮਨਾ ਰੱਖ ਕੇ, ਫੁਰਨਾ ਰੱਖ ਕੇ, ਆਪਣੇ ਮਨ ਦਾ ਕੋਈ ਸਵਾਲ ਰੱਖ ਕੇ, ਕੋਈ ਮਨ ਦਾ ਮਨੋਰਥ ਰੱਖ ਕੇ ਕਰ ਲਾ ਵੀ ਮੈਂ ਇੰਨੇ ਦਿਨ ਸੇਵਾ ਕਰਾਂਗਾ ਤੇ ਮੈਨੂੰ ਇਹ ਦਾਤ ਮਿਲ ਜਾਵੇ, ਤੇ ਪਾਤਸ਼ਾਹ ਕਹਿਣ ਲੱਗੇ ਉਹ ਵੀ ਤੇਰੀ ਜਿਹੜੀ ਕਾਮਨਾ ਹੈ ਉਹ ਪੂਰੀ ਹੋ ਜਾਏਗੀ ਸੇਵਾ ਕਰਕੇ। ਤੇ ਜੇ ਤੂੰ ਨਿਸ਼ਕਾਮ ਹੋ ਕੇ ਸੇਵਾ ਕਰੇਗਾ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜੇ ਨਿਸ਼ਕਾਮ ਹੋ ਕੇ ਸੇਵਾ ਕਰੇਗਾ ਫਿਰ ਤੇ ਰੱਬ ਹੀ ਮਿਲ ਜਾਂਦਾ, ਫਿਰ ਤੇ ਪਰਮੇਸ਼ਰ ਹੀ ਮਿਲ ਜਾਂਦਾ। ਜਦੋਂ ਪਰਮੇਸ਼ਰ ਮਿਲ ਗਿਆ ਫਿਰ ਤੇ ਪਰਮੇਸ਼ਰ ਦਾ ਰੂਪ ਹੀ ਹੋ ਗਿਆ ਨਾ, ਤੇ ਫਿਰ ਤੇ ਪਿੱਛੇ ਕੁਝ ਰਹਿ ਹੀ ਨਹੀਂ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਤਿਗੁਰਾਂ ਦੀ ਕੀਤੀ ਸੇਵਾ ਭਾਵੇਂ ਨਿਸ਼ਕਾਮ ਹੈ, ਚਾਕਰੀ ਭਾਵੇਂ ਫੁਰਨਾ ਰੱਖ ਕੇ ਕੀਤੀ ਹੈ, ਸੇਵਾ ਦੋਨੇ ਤਰ੍ਹਾਂ ਦੀ ਭਾਵੇਂ ਕਰ ਲਈ ਹੈ, ਪਰ ਸੁਖੀ ਹੂੰ ਸੁਖ ਸਾਰ। ਦੋਨੇ ਤਰ੍ਹਾਂ ਦੀ ਸੇਵਾ ਜਿਹੜੀ ਹੈ ਸੁਖ ਦੇਣ ਵਾਲੀ ਹੈ, ਲੋਕ ਦੇ ਸੁਖ ਤੇ ਪਰਲੋਕ ਦੇ ਸੁਖ ਪ੍ਰਾਪਤ ਹੁੰਦੇ। ਫਿਰ ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਦੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ। ਸਤਿਗੁਰਾਂ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ, ਇਹ ਦੂਜਾ ਸਵਾਲ ਆ ਜਾਂਦਾ ਵੀ ਸੇਵਾ ਤੇ ਮੈਂ ਘਰੋਂ ਕਰਨ ਆਇਆ ਪਰ ਕਿਵੇਂ ਕਰਾਂ। ਤੇ ਮਹਾਰਾਜ ਕਹਿਣ ਲੱਗੇ ਗੁਰੂ ਦੀ ਸੇਵਾ ਕਰਨੀ ਹੈ ਤੇ ਚਾਅ ਕਰੀ। ਚਾਅ ਕਰੀ ਤੋਂ ਭਾਵ ਵੀ ਚਾਅ ਦੇ ਨਾਲ ਕਰ, ਉਤਸ਼ਾਹ ਦੇ ਨਾਲ।
ਉਤਸ਼ਾਹ ਦੇ ਨਾਲ, ਖੁਸ਼ੀ ਦੇ ਨਾਲ ਸੇਵਾ ਕਰ। ਇਹ ਨਹੀਂ ਵੀ ਹੱਥ ਵਿੱਚ ਝਾੜੂ ਫੜਿਆ ਤੇ ਮਨ ਵਿੱਚ ਸੋਚਦਾ ਵੀ ਮੈਂ ਕਿੱਥੇ ਲੱਗਾ ਹੋਇਆ, ਮੈਂ ਤੇ ਫਲਾਣਾ ਕੰਮ ਕਰ ਲੈਣਾ ਸੀ ਇੰਨੇ ਟਾਈਮ, ਮੈਂ ਗੁਰਦੁਆਰੇ ਆਹ ਕੰਮ ਕਰਦਾ ਪਿਆ, ਇੰਨੇ ਸਮੇਂ ਨੂੰ ਮੈਂ ਫਲਾਣਾ ਆਪਣਾ ਘਰ ਦਾ ਕੰਮ ਕਰ ਲੈਣਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾ ਕਰ। ਜਦੋਂ ਸੇਵਾ ਕਰਨੀ ਹੈ ਨਾ, ਉਦੋਂ ਚਾਅ ਕਰੀ। ਚਾਕਰੀ ਤੋਂ ਭਾਵ ਹੈ ਚਾਅ ਦੇ ਨਾਲ ਕਰ, ਉਤਸ਼ਾਹ ਦੇ ਨਾਲ, ਖੁਸ਼ ਹੋ ਕੇ ਅੰਦਰੋਂ ਕਰ ਵੀ ਜੋ ਮੈਂ ਕਰਦਾ ਪਿਆ ਇਹ ਮੈਂ ਬਹੁਤ ਚੰਗਾ ਕਰਦਾ ਪਿਆ, ਇਹ ਘਰ ਦੇ ਕੰਮ ਨਾਲੋਂ ਤੇ ਕਈ ਗੁਣਾ ਚੰਗਾ ਮੈਂ ਕਰਮ ਕਰਦਾ ਪਿਆ ਜੋ ਸੰਗਤ ਦੀ ਸੇਵਾ ਵਿੱਚ ਲੱਗਾ ਹਾਂ। ਗੁਰੂ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ, ਇਹ ਇੱਕ ਸਵਾਲ ਹੈ ਤੇ ਸਵਾਲ ਦਾ ਜਵਾਬ ਮਹਾਰਾਜ ਦਿੰਦੇ ਪਏ। ਗੁਰੂ ਦੀ ਸੇਵਾ ਕਰਨੀ ਹੈ, ਸੰਗਤ ਦੀ ਸੇਵਾ ਕਰਨੀ ਹੈ ਤੇ ਫਿਰ ਚਾਕਰੀ ਤੋਂ ਭਾਵ ਹੈ ਚਾਅ ਦੇ ਨਾਲ ਕਰ, ਉਤਸ਼ਾਹ ਦੇ ਨਾਲ ਕਰ, ਖੁਸ਼ ਹੋ ਕੇ ਕਰ, ਤਾਂ ਤੇਰੀ ਸੇਵਾ ਕੀਤੀ ਪ੍ਰਵਾਨ ਹੋਣੀ ਹੈ। ਫਿਰ ਮਹਾਰਾਜ ਫਰਮਾਉਂਦੇ ਹਨ, ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੋ ਸੁਖ ਸਾਰ। ਜਦੋਂ ਗੁਰੂ ਦੀ ਸੇਵਾ ਕਰਦਾ ਉਦੋਂ ਕੀ ਕਰਨਾ ਹੈ? ਮਹਾਰਾਜ ਕਹਿਣ ਲੱਗੇ ਜਿਹੜਾ ਤੇਰਾ ਮਨ ਹੈ ਨਾ, ਮਨ, ਇਸ ਮਨ ਨੂੰ ਸੰਸਾਰ ਵੱਲੋਂ ਚੱਕ ਕੇ ਉੱਪਰ ਕਰਕੇ ਆਪਣੇ ਮਨ ਸੇਵਾ ਕਰਦਿਆਂ ਮਨ ਤੇਰਾ ਥੱਲੇ ਨਾ ਡਿੱਗਿਆ ਹੋਵੇ, ਵਿਕਾਰਾਂ ਦੇ ਗੋਤੇ ਨਾ ਖਾਂਦਾ ਹੋਵੇ, ਵਿਕਾਰਾਂ ਵਿੱਚ ਦੇ ਟੋਏ ਵਿੱਚ ਨਾ ਡਿੱਗਿਆ ਹੋਵੇ। ਹੱਥੀਂ ਸੇਵਾ ਕਰਦਾ ਪਿਆ, ਤਨ ਨਾਲ ਸੇਵਾ ਕਰਦਾ ਪਿਆ, ਮਨ ਦੇ ਵਿੱਚ ਵਿਕਾਰਾਂ ਦਾ ਬੀ ਪੁੰਗਰਦਾ ਪਿਆ, ਨਹੀਂ, ਮਨ ਨੂੰ ਆਪਣੇ ਵਿਕਾਰਾਂ ਵੱਲੋਂ ਉੱਪਰ ਚੱਕ ਲਾ। ਉੱਪਰ ਚੱਕ ਕੇ ਮਨ ਨੂੰ ਦੁਨੀਆ ਵੱਲੋਂ, ਦੁਨੀਆ ਦੇ ਪਦਾਰਥਾਂ ਵੱਲੋਂ, ਦੁਨੀਆ ਦੀ ਮੋਹ ਮਮਤਾ ਵੱਲੋਂ ਚਾਅ ਕਰੀ, ਚੱਕ ਕੇ ਆਪਣੇ ਮਨ ਨੂੰ ਤਾਂ ਸੇਵਾ ਕਰ। ਦੁਨੀਆ ਵਿੱਚ ਦੇ ਗੋਤੇ ਨਾ ਖਾਂਦਾ ਫਿਰੇ। ਇੱਕ ਪਾਸੇ ਦੁਨੀਆ ਮਾੜਾ ਸੋਚੇ ਵੀ ਮੈਂ ਤੇ ਪੋਚਾ ਲਾਉਂਦਾ ਪਿਆ, ਮੈਨੂੰ ਪੋਚੇ ਦਾ ਫਲ ਇਹ ਮਿਲੇ ਵੀ ਫਲਾਣੇ ਦਾ ਬਹੁਤ ਮਾੜਾ ਹੋ ਜਾਵੇ। ਮੈਂ ਸੇਵਾ ਭਾਂਡਾ ਮਾਂਜਦਾ ਪਿਆ, ਮੈਂ ਪ੍ਰਸ਼ਾਦਾ ਬਣਾਉਂਦਾ ਪਿਆ, ਮੈਂ ਝਾੜੂ ਲਾਉਂਦਾ ਪਿਆ, ਪਰ ਇਹਦਾ ਫਲ ਮੈਨੂੰ ਇਹ ਮਿਲੇ ਵੀ ਉਹ ਜਿਹੜਾ ਫਲਾਣਾ ਮੇਰਾ ਗੁਆਂਢੀ ਹੈ, ਮੇਰਾ ਕੋਈ ਰਿਸ਼ਤੇਦਾਰ ਹੈ, ਉਹਦਾ ਬਹੁਤਾ ਹੀ ਮਾੜਾ ਹੋ ਜਾਵੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ। ਜੇ ਗੁਰੂ ਦੀ ਸੇਵਾ ਕਰਨੀ ਹੈ, ਚਾਅ ਕਰੀ, ਫਿਰ ਆਪਣੇ ਮਨ ਨੂੰ ਚੱਕ ਲਾ ਤਾਂ ਦੁਨੀਆ ਦੇ ਵੱਲੋਂ, ਦੁਨੀਆ ਦਾ ਮਾੜਾ ਨਾ ਸੋਚ, ਚੱਕ ਕੇ ਫਿਰ ਸੇਵਾ ਕਰ। ਉਹ ਕੀਤੀ ਸੇਵਾ ਸੁਖ ਸਾਰ, ਤੈਨੂੰ ਸ੍ਰੇਸ਼ਟ ਸੁਖ ਦੇਵੇਗੀ। ਇਹ ਤਿੰਨ ਅਰਥ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਚਾਕਰੀ ਤੋਂ ਭਾਵ ਮਨ ਨੂੰ ਚੱਕ ਕੇ, ਤੇ ਚਾਕਰੀ ਤੋਂ ਭਾਵ ਹੈ ਚਾਅ ਦੇ ਨਾਲ, ਉਤਸ਼ਾਹ ਦੇ ਨਾਲ, ਖੁਸ਼ੀ ਦੇ ਨਾਲ, ਤੇ ਚਾਕਰੀ ਤੋਂ ਭਾਵ ਹੈ ਕਾਮਨਾ ਦੇ ਸਹਿਤ ਹੋ ਕੇ ਵੀ ਸੇਵਾ ਜੇ ਕਰੇਗਾ ਉਹ ਵੀ ਮਾੜੀ ਨਹੀਂ ਹੈ। ਕਈ ਵਾਰੀ ਸਾਨੂੰ ਸੁਣਨ ਵਾਸਤੇ ਇਹ ਗੱਲ ਮਿਲ ਜਾਂਦੀ ਹੈ, ਕੋਈ ਸਾਨੂੰ ਕਹਿ ਦਿੰਦਾ ਲੈ ਇਹਨੇ ਤੇ ਸੇਵਾ ਕੀਤੀ, ਇਹਨੇ ਤੇ ਫਲਾਣੀ ਚੀਜ਼ ਮੰਗ ਲਈ, ਇਹਨੇ ਤੇ ਬਾਣੀ ਪੜ੍ਹੀ ਹੈ, ਬਾਣੀ ਪੜ੍ਹ ਕੇ ਇਹਨੇ ਫਲਾਣੀ ਅਰਦਾਸ ਕਰ ਲਈ ਹੈ, ਫਲਾਣਾ ਮਨੋਰਥ ਇਹਨੇ ਮੰਗ ਲਿਆ, ਇਹਨੂੰ ਤੇ ਫਲ ਹੀ ਕੋਈ ਨਹੀਂ ਮਿਲਿਆ। ਮਹਾਰਾਜ ਕਹਿੰਦੇ ਨਹੀਂ ਭਾਈ, ਜਿਵੇਂ ਮਰਜ਼ੀ ਸੇਵਾ ਕਰ ਲਾ, ਜਿਵੇਂ ਮਰਜ਼ੀ ਨਾਮ ਜਪ ਲਾ, ਭਾਵੇਂ ਨਿਸ਼ਕਾਮ ਹੋ ਕੇ ਜਪ ਤੇ ਭਾਵੇਂ ਕਾਮਨਾ ਦੇ ਨਾਲ ਜਪ। ਨਾਮ ਨੇ ਤੇਰਾ ਭਲਾ ਕਰਨਾ। ਦੁਨੀਆ ਦੇ ਪਦਾਰਥ ਇਹ ਤੇ ਸੇਵਾ ਸਿਮਰਨ ਦੇ ਅੱਗੇ ਤੁੱਛ ਹੀ ਨੇ, ਕੁਝ ਵੀ ਨਹੀਂ। ਪਹਿਲੇ ਸਮੇਂ ਵਿੱਚ ਜਦੋਂ ਅਸੀਂ ਦੁਕਾਨ ਤੇ ਜਾਂਦੇ ਸੀ ਨਾ ਸਮਾਨ ਲੈਣ ਵਾਸਤੇ, ਤੇ ਸਾਰਾ ਸਮਾਨ ਦੁਕਾਨਦਾਰ ਦੇ ਕੋਲੋਂ ਲੈ ਕੇ ਬੋਰੇ ਵਿੱਚ ਪਾ ਲੈਣਾ, ਉਹਨੂੰ ਫਿਰ ਪੈਸੇ ਦੇ ਦੇਣੇ ਜਿੰਨੇ ਦਾ ਸਮਾਨ ਹੋਣਾ। ਪੈਸੇ ਦੇ ਕੇ ਜਦੋਂ ਤੁਰਨ ਲੱਗਣਾ ਤੇ ਉਹਨੇ ਥੋੜ੍ਹਾ ਜਿਹਾ ਸਮਾਨ ਖਾਣ ਵਾਸਤੇ, ਮਿੱਠਾ, ਕੋਈ ਟਾਂਗਰ ਭੁਜੀਆ, ਕੋਈ ਟੋਫੀ ਵਗੈਰਾ ਨਾਲ ਦੇ ਦੇਣੀ। ਉਹਦੇ ਉਹ ਪੈਸੇ ਨਹੀਂ ਸੀ ਲੈਂਦਾ, ਨਾਲ ਫ੍ਰੀ ਦੇ ਦੇਣੀ, ਚਲੋ ਬੱਚੇ ਘਰੇ ਖਾ ਲੈਣਗੇ, ਇਹ ਮੇਰਾ ਗਾਹਕ ਬਣਿਆ ਰਹੇਗਾ। ਇਹ ਜੋ ਸੇਵਾ ਸਿਮਰਨ ਕਰਕੇ ਅਸੀਂ ਕੋਈ ਦਾਤ ਮੰਗ ਵੀ ਲੈਂਦੇ ਆ ਨਾ, ਇਹ ਤੇ ਉਹ ਨਾਮ ਦੇ ਵਿੱਚ ਸਭ ਕੁਝ ਫ੍ਰੀ ਮਿਲ ਜਾਂਦਾ। ਨਾਮ ਨੂੰ ਕੋਈ ਘਾਟਾ ਨਹੀਂ ਪੈਂਦਾ ਇਹਦੇ ਨਾਲ। ਨਾਮ ਤੇ ਦਾਤ ਹੀ ਐਡੀ ਵੱਡੀ ਹੈ। ਜੇ ਅਸੀਂ ਪਾਠ ਕਰਕੇ, ਸਿਮਰਨ ਕਰਕੇ, ਸੇਵਾ ਕਰਕੇ ਕੋਈ ਦੁਨੀਆ ਦਾ ਪਦਾਰਥ ਮੰਗ ਵੀ ਲਿਆ ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਸੇਵਾ ਦਾ ਸਾਰਾ ਫਲ ਹੀ ਖਤਮ ਹੋ ਗਿਆ, ਨਾਮ ਦਾ ਫਲ ਖਤਮ ਹੋ ਗਿਆ। ਨਹੀਂ, ਇਹ ਤੇ ਸਾਨੂੰ ਝੁੰਗੇ ਵਿੱਚੋਂ ਸਭ ਕੁਝ ਫ੍ਰੀ ਮਿਲ ਗਿਆ। ਨਾਮ ਨੇ ਤੇ ਸਾਨੂੰ ਮੁਕਤੀ ਦੇ ਦੇਣੀ ਹੈ। ਐਡਾ ਵੱਡਾ ਨਾਮ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੇਵਾ ਕਰ, ਭਾਵੇਂ ਇੱਛਾ ਰੱਖ ਕੇ ਕਰ ਵੀ ਮੈਨੂੰ ਆਹ ਮਿਲੇ। ਨਾਮ ਜਪ, ਭਾਵੇਂ ਇੱਛਾ ਰੱਖ ਕੇ ਜਪ ਲਾ ਵੀ ਮੈਨੂੰ ਆਹ ਮਿਲੇ, ਤੈਨੂੰ ਕੋਈ ਘਾਟਾ ਨਹੀਂ ਪਵੇਗਾ। ਪਦਾਰਥ ਵੀ ਮਿਲੇਗਾ, ਨਾਮ ਤੈਨੂੰ ਮੁਕਤੀ ਵੀ ਦੇਵੇਗਾ। ਐਸਾ ਪਰਮੇਸ਼ਰ ਦਾ ਨਾਮ, ਐਸੀ ਪਰਮੇਸ਼ਰ ਦੀ ਸੇਵਾ ਹੈ। ਇੱਥੇ ਮਿਲ ਵਡਿਆਈਆਂ ਦਰਗਾਹ ਮੁਖ ਦੁਆਰ। ਇੱਥੇ ਵਡਿਆਈਆਂ ਮਿਲਦੀਆਂ, ਸੇਵਾ ਕਰਕੇ ਇੱਥੇ ਵਡਿਆਈਆਂ ਮਿਲਦੀਆਂ। ਲੋਕ ਪੈਰੀਂ ਹੱਥ ਆ ਕੇ ਲਾਉਂਦੇ, ਲੰਘਦੇ ਟੱਪਦੇ ਨੂੰ ਨਮਸਕਾਰ ਕਰਦੇ, ਸੀਸ ਝੁਕਾਉਂਦੇ ਨੇ। ਇੱਥੇ ਵੀ ਮਾਣ ਸਨਮਾਨ, ਫੁੱਲਾਂ ਦੀ ਵਰਖਾ ਹੁੰਦੀ ਹੈ। ਉਹਨਾਂ ਨੂੰ ਹੱਥ ਜੋੜ ਕੇ ਦੁਨੀਆ ਉਹਨਾਂ ਅੱਗੇ ਖਲੋਤੀ ਰਹਿੰਦੀ ਹੈ ਜਿਨ੍ਹਾਂ ਨੇ ਸੇਵਾ ਕਰਕੇ ਜੀਵਨ ਕਮਾਇਆ। ਇੱਥੇ ਮਿਲਣ ਵਡਿਆਈਆਂ, ਇਸ ਲੋਕ ਵਿੱਚ ਵਡਿਆਈਆਂ ਮਿਲਦੀਆਂ। ਅਤੇ ਦਰਗਾਹ ਮੋਖ ਦੁਆਰ, ਦਰਗਾਹ ਦੇ ਵਿੱਚ ਮੋਕਸ਼ ਦਾ ਦਰਵਾਜ਼ਾ। ਇਹ ਗਿਆਨ, ਗਿਆਨ ਦੀ ਪ੍ਰਾਪਤੀ ਹੋਵੇਗੀ।
ਦਰਗਾਹ ਦੇ ਵਿੱਚ ਮੋਕਸ਼ ਮਿਲੇਗੀ, ਮੁਕਤੀ ਮਿਲ ਜਾਂਦੀ ਹੈ। ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ। ਜਿਨ੍ਹਾਂ ਨੇ ਸੱਚੀ ਕਾਰ ਕਮਾਈ ਹੈ, ਸੱਚੀ ਸੇਵਾ ਕੀਤੀ ਹੈ ਅਤੇ ਸੱਚ ਨਾਮ ਹੈ ਆਧਾਰ, ਸੱਚੇ ਨਾਮ ਨੂੰ ਜਿਨ੍ਹਾਂ ਗੁਰਮੁਖਾਂ ਨੇ ਆਸਰਾ ਬਣਾਇਆ। ਪਾਤਸ਼ਾਹ ਕਹਿਣ ਲੱਗੇ ਭਾਈ ਸੱਚ ਪਹਿਨਣ, ਉਹਨਾਂ ਦਾ ਖਾਣਾ, ਉਹਨਾਂ ਦਾ ਪਾਉਣਾ ਸਾਰਾ ਸੱਚ ਕਹੀਏ ਸਫਲਾ ਹੋ ਗਿਆ। ਗੁਰਮੁਖਾਂ ਦਾ ਖਾਣਾ ਤੇ ਗੁਰਮੁਖਾਂ ਦਾ ਪਹਿਨਣਾ ਵਸਤਰਾਂ ਦਾ, ਨਾਮ ਜਪਣ ਵਾਲਿਆਂ ਦਾ ਸੱਚ ਕਹੀਏ ਸਫਲਾ ਹੈ, ਜਿਨ੍ਹਾਂ ਨੇ ਨਾਮ ਨੂੰ ਆਸਰਾ ਬਣਾਇਆ ਹੈ। ਸੱਚੀ ਸੰਗਤ ਸੱਚ ਮਿਲੈ ਸੱਚੇ ਨਾਏ ਪਿਆਰ। ਸੱਚੀ ਸੰਗਤ ਵਿੱਚ ਮਿਲੇ ਨੇ, ਸੱਚੀ ਸੰਗਤ ਆ ਜਿੱਥੇ ਆਪਾਂ ਬੈਠੇ ਆ, ਜਿਸ ਨੂੰ ਸਤ ਸੰਗਤ ਕਿਹਾ ਜਾਂਦਾ। ਸੱਚੀ ਸੰਗਤ ਵਿੱਚ ਮਿਲ ਕੇ ਸੱਚਾ ਨਾਏ ਪਿਆਰ, ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਪਿਆਰ ਕੀਤਾ। ਮਹਾਰਾਜ ਕਹਿੰਦੇ ਸੱਚ ਮਿਲੈ, ਉਹ ਪਰਮੇਸ਼ਰ ਨੂੰ ਮਿਲ ਜਾਂਦੇ। ਗੁਰਮੁਖੋ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚੇ ਸ਼ਬਦ ਹਰਖ ਸਦਾ ਦਰ ਸੱਚੇ ਸਚਿਆਰ। ਉਹ ਜਿਹੜੇ ਗੁਰਮੁਖ ਨੇ ਸੱਚੇ ਸ਼ਬਦ ਨੂੰ, ਉਪਦੇਸ਼ ਨੂੰ ਜਪ ਕੇ ਹਰਖ ਤੋਂ ਭਾਵ ਸਦਾ ਆਨੰਦ ਵਿੱਚ ਰਹਿੰਦੇ। ਤਤੀ ਲੋ ਤੇ ਬੈਠਿਆ ਵੀ ਆਨੰਦ ਵਿੱਚ ਫਰਕ ਕੋਈ ਨਹੀਂ ਹੈ, ਆਰੇ ਦੇ ਨਾਲ ਚੀਰਿਆ ਜਾਣ ਵੇਲੇ ਵੀ ਫਰਕ ਕੋਈ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਸੱਚਾ ਸ਼ਬਦ, ਜਿਨ੍ਹਾਂ ਨੇ ਸੱਚੇ ਗੁਰੂ ਦਾ ਉਪਦੇਸ਼ ਪ੍ਰਾਪਤ ਕੀਤਾ, ਉਪਦੇਸ਼ ਦੀ ਕਮਾਈ ਕੀਤੀ ਹੈ, ਉਹਨਾਂ ਦੇ ਆਨੰਦ ਵਿੱਚ ਫਰਕ ਕੋਈ ਨਹੀਂ ਪੈਂਦਾ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਨ੍ਹਾਂ ਨੇ ਗੁਰੂ ਨੂੰ ਪਾਇਆ ਉਹਨਾਂ ਨੂੰ ਇਹੋ ਜਿਹਾ ਆਨੰਦ ਬਣਿਆ ਜਿਸ ਆਨੰਦ ਨੂੰ ਕਦੇ ਮੁਕਾਇਆ ਨਹੀਂ ਜਾ ਸਕਦਾ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹੋ ਜਿਹਾ ਆਨੰਦ ਜਿਨ੍ਹਾਂ ਨੂੰ ਪ੍ਰਾਪਤ ਹੋਇਆ। ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਸੋ ਸੱਚਾ ਸ਼ਬਦ ਹਰਖ ਸਦਾ ਦਰ ਸੱਚਾ ਸਚਿਆਰ। ਉਹ ਪ੍ਰਮਾਤਮਾ ਦੇ ਦਰ ਤੇ ਸਚਿਆਰ ਹੋਏ ਨੇ, ਸੱਚੇ ਹੋਏ ਨੇ, ਸਫਲੇ ਹੋਏ ਹਨ। ਨਾਨਕ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੋ ਨਦਰ ਕਰੈ ਕਰਤਾਰ। ਸਤਿਗੁਰਾਂ ਦੀ ਸੇਵਾ ਭਾਈ ਐਵੇਂ ਨਹੀਂ ਹੁੰਦੀ। ਸੇਵਾ ਉਹਦੇ ਕੋਲ ਹੁੰਦੀ ਹੈ ਜਿਸ ਦੇ ਉੱਪਰ ਪਰਮਾਤਮਾ ਦੀ ਮਿਹਰ ਹੋਵੇ, ਜਿਹਦੇ ਤੇ ਉਹ ਨਜ਼ਰ ਕਰੇ। ਆਪਾਂ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਸੇਵਾ ਮੁਕਤੀ ਦੇਣ ਵਾਲੀ ਹੈ, ਸੇਵਾ ਭੁਗਤ ਕਹੀਏ ਪਦਾਰਥ ਦੇਣ ਵਾਲੀ ਹੈ, ਸੇਵਾ ਜੁਗਤੀ ਤਰੀਕਾ ਦੱਸਣ ਵਾਲੀ ਹੈ ਮੁਕਤ ਹੋਣ ਦਾ। ਪਰ ਸੇਵਾ ਕਰਦਾ ਕੌਣ ਹੈ? ਜਿਸ ਤੂੰ ਆਪ ਕਰਾਏ ਹੈ, ਜਿਹਦੇ ਕੋਲੋਂ ਪ੍ਰਮਾਤਮਾ ਤੂੰ ਕਰਵਾਵੇਂਗਾ ਸੇਵਾ ਵੀ ਉਹ ਕਰੇਗਾ। ਤੇਰੀ ਬਖਸ਼ਿਸ਼ ਬਿਨਾਂ ਸੇਵਾ ਨਹੀਂ ਹੁੰਦੀ ਹੈ, ਤੇਰੀ ਰਹਿਮਤ ਬਿਨਾਂ ਸੇਵਾ ਨਹੀਂ ਹੁੰਦੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲ ਕਿੰਨੀਆਂ ਸੰਗਤਾਂ ਤੇ ਕਿੰਨੇ ਸਿੱਖ ਰਹਿੰਦੇ ਸਨ, ਗਿਣਤੀ ਕੋਈ ਨਹੀਂ ਹੈ। ਪਰ ਸੇਵਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਜਲ ਢੋਣ ਦੀ ਮਿਲੀ ਨਾ, ਗਾਗਰ ਭਰ ਕੇ ਲਿਆ ਕੇ ਇਸ਼ਨਾਨ ਕਰਾਉਣ ਦੀ, ਇਹ ਕੋਈ ਹੋਰ ਨਹੀਂ ਕਰ ਸਕਿਆ। ਇੱਕ ਦਿਨ ਸੇਵਾ ਨਹੀਂ, 12 ਸਾਲ ਲਗਾਤਾਰ ਸੇਵਾ ਕੀਤੀ ਹੈ। ਵੱਡੀ ਭਾਰੀ ਗਾਗਰ ਭਰ ਕੇ ਚੁੱਕਦੇ ਆਪਣੇ ਮੋਢੇ ਤੇ। ਗੁਰਮੁਖੋ ਇਹ ਕੰਮ ਇੱਕ ਦਿਨ ਕੰਮ ਕਰਨਾ ਹੋਵੇ ਨਾ ਤਾਂ ਕੋਈ ਸਾਡੇ ਨਾਲ ਚਲੇ ਜਾਂਦਾ, ਚੱਲ ਤੇਰੀ ਮਦਦ ਕਰ ਦਈਏ। 2 ਦਿਨ ਕੰਮ ਕਰਨਾ ਕੋਈ ਨਾਲ ਚਲੇ ਜਾਏਗਾ। ਜਿਹੜਾ ਰੋਜ਼ ਕੰਮ ਕਰਨਾ ਅਗਲਾ ਕਹਿੰਦਾ ਆਪੇ ਕਰ, ਜੇ ਕਰਨਾ ਨਹੀਂ ਤੇ ਰਹਿਣ ਦੇ, ਮੈਂ ਰੋਜ਼ ਨਹੀਂ ਜਾ ਸਕਦਾ। ਔਰ ਉਹ ਵੀ ਤੜਕੇ 3 ਵਜੇ, ਤੜਕੇ 2 ਵਜੇ ਜਾ ਕੇ ਗਾਗਰ ਪਾਣੀ ਦੀ ਭਰਨੀ, ਤਾਂ ਹੀ ਮਹਾਰਾਜ ਤੱਕ ਲੈ ਕੇ ਆਉਂਦੇ ਹੋਣਗੇ ਨਾ ਅੰਮ੍ਰਿਤ ਵੇਲੇ। ਤੇ 2 ਵਜੇ ਕਿਹੜਾ ਉੱਠ ਕੇ ਨਾਲ ਤੁਰੇ। ਕਦੇ ਮੀਂਹ ਵੀ ਆ ਸਕਦਾ, ਸਾਉਣ ਦੇ ਦਿਨਾਂ ਵਿੱਚ ਮੀਂਹ ਪੈਂਦਾ, ਭਾਦਰੋਂ ਦੇ ਦਿਨਾਂ ਵਿੱਚ ਮੀਂਹ ਪੈਂਦਾ, ਕੱਚੇ ਰਾਹ ਸਨ ਉਸ ਵੇਲੇ, ਪੈਰ ਵੀ ਸਲਿੱਪ ਕਰਦਾ। ਤੇ ਕਦੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਹੋਣਗੀਆਂ। ਐਸੀਆਂ ਠੰਡੀਆਂ ਰਾਤਾਂ ਦੇ ਵਿੱਚ, ਐਸੇ ਬਰਸਾਤੀ ਦਿਨਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਕਰਦੇ ਪਾਣੀ ਲਿਆਉਣ ਦੀ। ਤੇ ਕਹਿਣ ਲੱਗੇ ਹੁਣ ਗਾਗਰ ਭਰ ਕੇ ਚੁੱਕਣੀ ਹੈ ਨਾ। ਸਰੀਰ ਬਜ਼ੁਰਗ ਹੈ, 72 ਸਾਲ ਦੀ ਉਮਰ ਵਿੱਚ ਗਏ ਨੇ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ। 72 ਸਾਲ ਦੀ ਉਮਰ ਸੀ, ਸਰੀਰ ਬਜ਼ੁਰਗ ਹੈ, ਗਾਗਰ ਕਿਵੇਂ ਭਰ ਕੇ ਚੁੱਕੀ ਜਾਵੇ। ਗਾਗਰ ਨੂੰ ਆਪਣੇ ਮੋਢੇ ਤੇ ਰੱਖ ਕੇ ਪਾਣੀ ਦੇ ਵਿੱਚ ਆਪ ਬੈਠ ਜਾਂਦੇ, ਆਪਣੇ ਤਨ ਦਾ ਸਰੀਰ ਦਾ ਸਮੇਤ ਕੱਪੜਿਆਂ ਦੇ ਇਸ਼ਨਾਨ ਹੋ ਜਾਂਦਾ ਤੇ ਗਾਗਰ ਪਾਣੀ ਦੀ ਭਰ ਲੈਂਦੇ। ਤੇ ਇਸੇ ਤਰ੍ਹਾਂ ਭਰੀ ਭਰਾਈ ਗਾਗਰ ਮੋਢੇ ਤੇ ਰੱਖੀ ਹੋਈ ਚੁੱਕ ਕੇ ਉਸੇ ਤਰ੍ਹਾਂ ਹੀ ਉੱਠ ਪੈਂਦੇ। ਹੁਣ ਆਪਾਂ ਵਿਚਾਰ ਕਰੀਏ ਵੀ ਪੋਹ ਦੇ ਦਿਨ ਹੋਣ, ਮਾਘ ਦੇ ਦਿਨ ਹੋਣ ਤੇ ਅਸੀਂ 5-5 ਕੱਪੜੇ ਪਾਈਦੇ, ਫਿਰ ਵੀ ਠੰਡ ਹੀ ਲੱਗਦੀ ਹੈ। ਇੰਨੀ ਠੰਡ ਦੇ ਵਿੱਚ ਇੰਨੀ ਵੱਡੀ ਸੇਵਾ ਕੀਤੀ ਹੈ। 12 ਸਾਲ, ਇੱਕ ਦਿਨ ਨਹੀਂ 12 ਸਾਲ ਸੇਵਾ ਕੀਤੀ। ਤੇ ਫਿਰ ਵਰ ਮਿਲੇ ਨਿਮਾਣਿਆਂ ਦਾ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਓਟਿਆਂ ਦੀ ਓਟ।
12 ਸਾਲਾਂ ਦੀ ਸੇਵਾ ਵਿੱਚੋਂ 12 ਵਾਰ ਗੁਰੂ ਅੰਗਦ ਸਾਹਿਬ ਨੇ ਬਖਸ਼ਿਸ਼ ਕਰਕੇ ਗੁਰੂ ਪਦਵੀ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਸਤਿਗੁਰਾਂ ਦੀ ਜਿਹੜੀ ਸੇਵਾ ਹੈ ਨਾ, ਇਹ ਤਾਂ ਹੁੰਦੀ ਹੈ ਜੇ ਗੁਰੂ ਕਿਰਪਾ ਕਰੇ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਜਿਹਦੇ ਕੋਲੋਂ ਕਰਾਏਗਾ ਉਹੀ ਕਰਦਾ। ਹੁਣ ਗੁਰੂ ਅੰਗਦ ਸਾਹਿਬ ਦੇ ਕੋਲ ਸੰਗਤ ਤੇ ਬੜੀ ਹੈ, ਸਿੱਖ ਤੇ ਬੜੇ ਰਹਿੰਦੇ, ਪਰ ਸੇਵਾ ਗੁਰੂ ਅਮਰਦਾਸ ਤੋਂ ਹੀ ਕਰਾਈ ਹੈ ਪਰਮੇਸ਼ਰ ਨੇ। ਜਿੱਥੇ ਕਿਰਪਾ ਕਰਦਾ ਉਹ ਸੇਵਾ ਕਰਦਾ ਹੈ। ਮਹਲਾ ਤੀਜਾ ਹੋਰ ਵਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗਵਾਸ। ਹੋਰਾਂ ਦੀ ਚਾਕਰੀ ਕਰਨੀ ਨਾ ਦੂਜੇ ਲੋਕਾਂ ਦੀ, ਮਹਾਰਾਜ ਕਹਿੰਦੇ ਤ੍ਰਿਗਾਕਾਰ ਹੈ ਉਹਨਾਂ ਦੇ ਜੀਵਨ ਨੂੰ, ਤ੍ਰਿਗਾਕਾਰ ਹੈ ਉਹਨਾਂ ਦੇ ਵਾਸ ਰਹਿਣ ਨੂੰ, ਤ੍ਰਿਗਾਕਾਰ ਲਾਹਣਤ ਹੈ। ਅੰਮ੍ਰਿਤ ਛੋੜ ਭਿਖ ਲੱਗੈ ਭਿਖ ਖਟਨਾ ਭਿਖ ਰਾਸ। ਉਹ ਅੰਮ੍ਰਿਤ ਨਾਮ ਨੂੰ ਛੱਡ ਕੇ ਬਿਖ ਵਿਕਾਰਾਂ ਦੇ ਵਿੱਚ ਲੱਗੇ ਹੋਏ ਤੇ ਵਿਕਾਰਾਂ ਦੀ ਰਾਸ ਪੂੰਜੀ ਉਹ ਇਕੱਠੀ ਕਰਦੇ ਤੇ ਵਿਕਾਰਾਂ ਦੇ ਟੋਏ ਵਿੱਚ ਡਿੱਗਦੇ ਹਨ। ਖਾਣਾ ਭਿਖ ਪਹਿਨਣਾ ਭਿਖ ਮੁਖ ਗਿਰਾਸ। ਉਹਨਾਂ ਦਾ ਖਾਣਾ ਵੀ ਜ਼ਹਿਰ ਰੂਪ ਹੀ ਹੈ, ਵਿਉ ਰੂਪ ਹੀ ਹੈ, ਉਹਨਾਂ ਦਾ ਪਹਿਨਣਾ ਵੀ ਜ਼ਹਿਰ ਰੂਪ ਹੀ ਹੈ, ਤੇ ਮੂੰਹ ਦੇ ਵਿੱਚ ਜਿਹੜੀ ਗਰਾਈ ਪਾਉਂਦੇ ਪਏ, ਬੁਰਕੀ ਪਾਉਂਦੇ, ਇਹ ਵੀ ਜ਼ਹਿਰ ਰੂਪ ਹੈ ਵਿਕਾਰੀ ਆਦਮੀ ਦੇ। ਦੁੱਖ ਕਮਾਵਣਾ ਮੋਇਆ ਨਰਕ ਨਿਵਾਸ। ਮਨਮੁਖਾਂ ਨੂੰ ਇੱਥੇ ਦੁੱਖ ਹੀ ਦੁੱਖ ਮਿਲਦੇ, ਇੱਥੇ ਵੀ ਦੁਖੀ ਹੋਏ ਰਹਿੰਦੇ, ਤੇ ਮਰ ਕੇ ਵੀ ਨਰਕਾਂ ਵਿੱਚ ਨਿਵਾਸ ਹੁੰਦਾ। ਮੋਇਆ ਨਰਕ ਨਿਵਾਸ, ਮਰ ਕੇ ਨਰਕਾਂ ਵਿੱਚ ਜਾਂਦੇ ਹਨ। ਮਨਮੁਖ ਮੋਹਿ ਮੈਲ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼। ਮਨਮੁਖ ਮੋਹ ਮੈਲੇ, ਮਨਮੁਖਾਂ ਦੇ ਮੂੰਹ ਮੈਲੇ ਹੋ ਜਾਂਦੇ। ਇੱਥੇ ਵੀ ਕਾਲਖ ਲੱਗੀ ਰਹਿੰਦੀ ਵਿਕਾਰਾਂ ਦੀ, ਲਾਹਣਤਾਂ ਦੀ। ਇੱਥੇ ਦੁਨੀਆ ਦੇ ਵਿੱਚ ਬਦਨਾਮੀ ਦੀ ਮੈਲ ਉਹਨਾਂ ਦੇ ਮੂੰਹ ਤੇ ਹਰ ਵੇਲੇ ਲੱਗੀ ਰਹਿੰਦੀ ਹੈ। ਮਨਮੁਖ ਮੋਹ ਮੈਲੇ, ਉਹਨਾਂ ਦੇ ਮੂੰਹ ਮੈਲੇ ਨੇ। ਸ਼ਬਦ ਨਾ ਜਾਣਨੀ, ਗੁਰੂ ਦੇ ਉਪਦੇਸ਼ ਨੂੰ ਤੇ ਜਾਣਦੇ ਨਹੀਂ। ਗੁਰੂ ਕੌਣ ਹੈ? ਮੈਂ ਨਹੀਂ ਜਾਣਦਾ। ਗੁਰੂ ਦਾ ਉਪਦੇਸ਼ ਕੀ ਹੈ? ਮੈਂ ਨਹੀਂ ਜਾਣਦਾ। ਕਾਮ ਕ੍ਰੋਧ ਵਿਨਾਸ਼, ਕਾਮ ਦੇ ਵਿੱਚ, ਕ੍ਰੋਧ ਵਿੱਚ, ਲੋਭ ਦੇ ਵਿੱਚ ਹਰ ਵੇਲੇ ਗਲਤਾਨ ਹੋਏ ਰਹਿੰਦੇ ਤੇ ਨਾਸ ਹੋ ਜਾਂਦੇ। ਐਸੀ ਉਹਨਾਂ ਦੀ ਹਾਲਤ ਹੁੰਦੀ ਹੈ। ਸਤਿਗੁਰ ਕਾ ਭਉ ਛੋੜਿਆ ਮਨ ਹਠ ਕੰਮ ਨ ਆਵੇ ਰਾਸ। ਗੁਰੂ ਦਾ ਡਰ ਛੱਡ ਦਿੱਤਾ। ਗੁਰੂ ਕੌਣ ਹੁੰਦਾ? ਮੈਂ ਨਹੀਂ ਡਰਦਾ। ਨਾ ਗੁਰੂ ਦਾ ਡਰ, ਨਾ ਕਿਸੇ ਪੈਗੰਬਰ ਦਾ ਡਰ। ਬਸ ਕੱਲੀ ਮਨ ਦੀ ਜਿੱਦ ਹੀ ਅੱਗੇ ਰੱਖੀ ਹੈ। ਮੇਰਾ ਮਨ ਕਹਿੰਦਾ ਮੈਂ ਇਹ ਕੰਮ ਕਰਕੇ ਹਟਾਂਗਾ, ਮੈਂ ਨਹੀਂ ਹਟਦਾ ਪਿੱਛੇ। ਮਹਾਰਾਜ ਕਹਿਣ ਲੱਗੇ ਮਨ ਦੀ ਜਿੱਦ ਕਰਨ ਵਾਲਿਆਂ ਦਾ ਇੱਕ ਵੀ ਕੰਮ ਰਾਸ ਨਹੀਂ ਹੁੰਦਾ, ਸਫਲਾ ਨਹੀਂ ਹੁੰਦਾ, ਜਿਨ੍ਹਾਂ ਨੇ ਗੁਰੂ ਨੂੰ ਛੱਡਿਆ ਹੋਇਆ ਹੈ। ਜੰਪੁਰ ਬੱਧੈ ਮਾਰੀਏ ਕੋ ਨ ਸੁਣੇ ਅਰਦਾਸ। ਜਮਾਂ ਦੀ ਪੁਰੀ ਵਿੱਚ ਬੰਨ੍ਹ ਕੇ ਉਹਨਾਂ ਨੂੰ ਮਾਰਿਆ ਜਾਵੇਗਾ। ਜਦੋਂ ਮਾਰ ਪਵੇਗੀ ਨਾ ਜਮਾਂ ਦੀ, ਫਿਰ ਉੱਥੇ ਕੋਈ ਪੁਕਾਰ ਨਹੀਂ ਸੁਣੇਗਾ, ਕੋਈ ਅਰਦਾਸ ਨਹੀਂ ਸੁਣੇਗਾ। ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਜਦੋਂ ਮਾਰ ਪੈ ਗਈ ਫਿਰ ਉੱਥੇ ਕਰਲਾਉਣਗੇ ਹਾਏ ਹਾਏ ਕਰਦੇ, ਫਿਰ ਕੋਈ ਨਹੀਂ ਸੁਣਦਾ ਹੈ। ਅਨਕਾਏ ਰਾਤੜਿਆ ਵਾੜ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਏ ਨਾ ਬੇਲੀ ਰਾਮ। ਐਸੀ ਹਾਲਤ ਬਣ ਜਾਂਦੀ ਹੈ। ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ। ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਤੇ ਪਿਛਲੇ ਜਨਮਾਂ ਦਾ ਤੂੰ ਕਰਮ ਕੀਤੇ ਨੇ ਉਹ ਲਿਖੇ ਹੋਏ ਇੱਥੇ ਕਮਾਉਂਦਾ ਪਿਆ। ਪਿਛਲੇ ਜਨਮਾਂ ਦੇ ਕੀਤੇ ਪਾਪਾਂ ਨੂੰ ਇੱਥੇ ਭੋਗਦਾ ਪਿਆ। ਪਰ ਜਿਹੜੇ ਗੁਰਮੁਖ ਨੇ ਉਹਨਾਂ ਨੇ ਨਾਮ ਜਪਿਆ, ਉਹਨਾਂ ਦਾ ਨਾਮ ਦੇ ਵਿੱਚ ਹੀ ਨਿਵਾਸ ਹੁੰਦਾ, ਨਾਮ ਦੇ ਵਿੱਚ ਹੀ ਟਿਕ ਜਾਂਦੇ ਹਨ। ਸੋ ਸਤਿਗੁਰ ਸੇਵਿਓ ਸਾਧ ਜਨ ਜਿਨ ਹਰ ਹਰ ਨਾਮ ਧਿਆਇਆ। ਸਾਧੂ ਮਹਾਤਮੋ ਗੁਰਮੁਖੋ ਉਸ ਗੁਰੂ ਦੇ ਸੇਵਾ ਕਰੋ, ਗੁਰੂ ਦਾ ਨਾਮ ਜਪੋ ਜਿਸ ਗੁਰੂ ਨੇ ਤੁਹਾਨੂੰ ਨਾਮ ਦ੍ਰਿੜ ਕਰਵਾਇਆ, ਨਾਮ ਜਪਣ ਦੀ ਬੁੱਧੀ ਬਖਸ਼ਿਸ਼ ਕੀਤੀ ਹੈ। ਸੋ ਸਤਿਗੁਰ ਪੂਜੋ ਦਿਨ ਰਾਤ ਜਿਨ ਜਗਨਨਾਥ ਜਗਦੀਸ਼ ਪਾਇਆ। ਮਹਾਰਾਜ ਕਹਿਣ ਲੱਗੇ ਐਸੇ ਗੁਰੂ ਦੀ ਪੂਜਾ ਕਰੋ ਦਿਨੇ ਰਾਤ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਤੁਹਾਡੇ ਕੋਲੋਂ ਜਪਾਇਆ ਹੈ। ਜਿਹੜਾ ਗੁਰੂ ਸਮਰੱਥਾ ਬਖਸ਼ਿਸ਼ ਕਰਕੇ ਤੁਹਾਨੂੰ ਨਾਮ ਜਪਾਉਂਦਾ, ਐਸੇ ਗੁਰੂ ਤੋਂ ਬਲਿਹਾਰ ਜਾਣਾ ਕਰੀਏ। ਸਤਿਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ। ਉਸ ਗੁਰੂ ਨੂੰ ਨਿਮਖ ਨਿਮਖ ਮਾਤਰ ਸਮੇਂ ਦੇ ਵਿੱਚ ਨਾਮ ਜਪ ਕੇ ਉਸ ਗੁਰੂ ਦੇ ਦਰਸ਼ਨ ਕਰਦੇ ਰਹੀਏ ਜਿਸ ਗੁਰੂ ਨੇ ਮੁਕਤੀ ਦਾ ਸਾਨੂੰ ਰਾਹ ਦੱਸਿਆ ਹੈ। ਤੇ ਸਤਿਗੁਰ ਕੀ ਸਭ ਭਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ। ਐਸੇ ਸਤਿਗੁਰਾਂ ਦੇ ਚਰਨਾਂ ਪਈਏ। ਪਗੀ ਤੋਂ ਭਾਵ, ਪਗ ਤੋਂ ਭਾਵ ਹੁੰਦਾ ਚਰਨ। ਐਸੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀਏ ਜਿਹੜੇ ਗੁਰੂ ਦੇ ਚਰਨ ਸੰਸਾਰ ਤੋਂ ਭਲਾ ਕਰਨ ਵਾਲੇ। ਸੋ ਇਹ ਪਾਠ ਅਧਕ ਲਾ ਕੇ ਨਹੀਂ, ਪੱਗੀ ਨਹੀਂ ਕਹਿਣਾ, ਪੱਗੀ ਪਾਠ ਕਹਿਣਾ। ਪਗ ਚਰਨ, ਸਤਿਗੁਰਾਂ ਦੇ ਚਰਨਾਂ ਦੇ ਨਾਲ ਲੱਗ ਕੇ ਨਾਮ ਜਪੀਏ ਜਿਨ੍ਹਾਂ ਨੇ ਮੋਹ ਰੂਪੀ ਹਨੇਰੇ ਨੂੰ ਦੂਰ ਕਰ ਦਿੱਤਾ ਹੈ। ਸਤਿਗੁਰ ਕਹੋ
ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ। ਐਸੇ ਗੁਰੂ ਨੂੰ ਧਨ ਕਹੀਏ, ਧਨ ਕਹੀਏ, ਧਨ ਕਹੀਏ। ਭਾਈ ਗੁਰੂ ਕੀ ਸੰਗਤ ਸਾਰੇ ਜਾਣੇ ਮਿਲ ਕੇ ਆਖੀਏ ਗੁਰੂ ਧਨ ਹੈ, ਗੁਰੂ ਧਨ ਹੈ। ਧੰਨ ਨੇ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਧੰਨ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ। ਐਸੇ ਗੁਰਾਂ ਨੂੰ ਧੰਨ ਕਹੀਏ, ਹਰ ਭਗਤ ਭੰਡਾਰ ਲਹਾਇਆ, ਜਿਨ੍ਹਾਂ ਨੇ ਭਗਤੀ ਦਾ ਭੰਡਾਰਾ ਸਾਨੂੰ ਬਖਸ਼ਿਸ਼ ਕੀਤਾ, ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਨਾਮ ਦੇ ਨਾਲ ਜੋੜਿਆ। ਐਸੇ ਗੁਰੂ ਤੋਂ ਧੰਨ ਧੰਨ ਜਾਈਏ, ਬਲਿਹਾਰ ਜਾਈਏ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਜੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਤਿਗੁਰ ਕੀ ਸਭ ਭਗੀ ਪਵੋ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ